ਆਪਾਂ ਸਕੂਲ ਜਾਂਦੇ ਹਾਂ ਕੁਝ ਸਿੱਖਣ ਵਾਸਤੇ। ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣ ਵਾਸਤੇ, ਕੁਝ ਜਾਣਨ ਵਾਸਤੇ ਸਕੂਲ ਤੋਂ ਪਹਿਲੇ ਨੰਬਰ 'ਤੇ ਤਿਆਰੀ ਹੁੰਦੀ ਹੈ। ਪਰ ਆਪਾਂ ਵੇਖਦੇ ਹਾਂ ਸਤਸੰਗ 'ਤੇ ਅਸੀਂ ਜਾਂਦੇ ਹਾਂ ਅਤੇ ਜਿਸ ਵੇਲੇ ਅਸੀਂ ਸਤਸੰਗ ਸੁਣ ਕੇ ਵਾਪਸ ਜਾਂਦੇ ਹਾਂ, ਅਸੀਂ ਉੱਥੇ ਝਾੜ ਕੇ ਤੁਰ ਜਾਂਦੇ ਹਾਂ। ਲਾਭ ਤਾਂ ਸਾਨੂੰ ਮਿਲੇਗਾ ਜ਼ਰੂਰ, ਪਰ ਕਿੰਨਾ ਚਿਰ? ਜਿੰਨਾ ਚਿਰ ਸਤਸੰਗ ਵਿੱਚ ਬੰਦਾ ਰਹਿੰਦਾ ਹੈ, ਉਹਦੀ ਮਨ ਬਿਰਤੀ ਜਿਹੜੀ ਹੈ ਉਹ ਡਰਦੀ ਹੈ ਅਤੇ ਸ਼ਾਂਤ ਰਹਿੰਦੀ ਹੈ। ਉਹ ਸਮਾਂ ਵੀ ਸਾਡਾ ਜਿਹੜਾ ਸਮਝੋ ਸਿਮਰਨ ਵਿੱਚ ਹੀ ਜਾਂਦਾ ਹੈ। ਮਾਰੇ ਕਹਿੰਦੇ ਭਾਈ ਰੇ ਭੈ ਬਿਨ ਭਗਤੀ ਨਾ ਹੋਏ। ਅੰਦਰ ਡਰ ਹੋਵੇ ਮਾਲਕ ਦਾ ਕਿ ਜਿਸ ਨੇ ਮੈਨੂੰ ਸੰਸਾਰ 'ਚ ਪੈਦਾ ਕਰਕੇ ਭੇਜਿਆ ਹੈ, ਜਾਂ ਇੱਥੋਂ ਕੂਚ ਜਦੋਂ ਕਰਨਾ ਹੈ, ਅੱਗੇ ਜਾ ਕੇ ਜਦੋਂ ਪੁੱਛਿਆ ਜਾਣਾ ਹੈ, ਮੇਰੇ ਕੋਲ ਹਿਸਾਬ ਮੰਗਿਆ ਜਾਣਾ ਹੈ, ਜਿੰਨੀ ਤੇ ਮੈਨੂੰ ਉਮਰ ਬਖਸ਼ੀ ਹੈ ਉਸ ਉਮਰ ਦਾ ਹਿਸਾਬ ਪੁੱਛਿਆ ਜਾਣਾ ਹੈ। ਕੀ ਕੀਤਾ ਜਾ ਕੇ? ਮਾਮੂਲੀ ਗੱਲ ਹੈ। ਕੁਝ ਪੈਸੇ ਦੇ ਕੇ ਅਸੀਂ ਬੱਚੇ ਨੂੰ ਬਾਜ਼ਾਰ ਭੇਜਦੇ ਹਾਂ ਅਤੇ ਬਾਜ਼ਾਰ ਵਿੱਚੋਂ ਜਦੋਂ ਸੌਦਾ ਖਰੀਦ ਕੇ ਉਹ ਘਰ ਆਉਂਦਾ ਹੈ ਅਤੇ ਅਸੀਂ ਪੁੱਛਦੇ ਹਾਂ, ਕਾਕਾ ਕਿੱਥੇ ਕਿੱਥੇ ਪੈਸੇ ਖਰਚੇ ਹੀ? ਇਹ ਦੁਨਿਆਵੀ ਗੱਲ ਹੈ। ਜਿਸ ਮਾਲਕ ਨੇ ਸਾਨੂੰ ਇਹ ਮਨੁੱਖੀ ਜਨਮ ਦੇ ਕੇ ਸੰਸਾਰ ਵਿੱਚ ਤੋਰਿਆ ਹੈ ਅਤੇ ਸੰਸਾਰ 'ਚੋਂ ਜਦੋਂ ਕੂਚ ਕਰਕੇ ਅਸੀਂ ਫਿਰ ਮਾਲਕ ਦੇ ਕੋਲ ਜਾਣਾ ਹੈ ਅਤੇ ਫਿਰ ਉੱਥੇ ਕੀ ਜਵਾਬ ਦੇਵੇਂਗਾ? ਅੱਗੇ ਵੀ ਪੁੱਛ ਗਿੱਛ ਹੋਣੀ ਹੈ। ਗੁਰੂ ਨਾਨਕ ਦੇਵ ਮਹਾਰਾਜ ਨੇ ਲਿਖਿਆ ਹੈ ਕਿ ਧਰਮਰਾਜ ਨੂੰ ਅੱਗੇ ਬਿਠਾਇਆ ਗਿਆ ਹੈ। ਧਰਮਰਾਜ ਨੂੰ ਬਿਠਾਇਆ ਗਿਆ ਹੈ ਲੇਖਾ ਜੋਖਾ ਪੂਰਾ ਕਰਨ ਵਾਸਤੇ। ਮਾਰੀ ਕਹਿੰਦੇ ਧਰਮਰਾਏ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ। ਕਹਿੰਦੇ ਧਰਮਰਾਜ ਨੇ ਜਦੋਂ ਹਿਸਾਬ ਪੁੱਛਿਆ ਤੇ ਕੀ ਮੂੰਹ ਮਖਾਏਗਾ? ਜਗਤ ਦੀ ਰਚਨਾ ਤੇ ਝੂਠ ਹੈ। ਜਿਤਨੇ ਵੀ ਸੰਸਾਰ 'ਚ ਅਡੰਬਰ ਹਨ ਸਭ ਝੂਠ ਹਨ। ਸਿਰਫ ਇੱਕੋ ਹੀ ਮਾਰਗ ਹੈ ਨਿਕਲਣ ਦਾ, ਉਸ ਮਾਲਕ ਦਾ ਸਿਮਰਨ। ਫਿਰ ਕਈ ਪੁੱਛਦੇ ਨਹੀਂ ਕਿੰਨਾ ਚਿਰ ਕਰਨਾ ਚਾਹੀਦਾ ਹੈ, ਅਤੇ ਸਾਨੂੰ ਜਵਾਬ ਆਪਣੇ ਕੋਲੋਂ ਹੀ ਗੱਲ ਕੀ ਦੇਣਾ ਚਾਹੀਦਾ ਹੈ। ਅਸੀਂ ਕਿਉਂ ਬਾਰ-ਬਾਰ ਰੋਟੀ ਖਾਂਦੇ ਹਾਂ 2 ਵਾਰੀ 3 ਵਾਰੀ? ਮਾਰੇ ਕਹਿੰਦੇ ਸਾਚੇ ਨਾਮ ਕੀ ਲਾਗੇ ਭੂਖ ਉਤ ਭੂਖੇ ਖਾਏ ਚਲੀਏ ਦੁੱਖ। ਕਹਿੰਦੇ ਤੈਨੂੰ ਸੱਚੇ ਨਾਮ ਦੀ ਭੁੱਖ ਲੱਗੀ ਰਹਿਣੀ ਚਾਹੀਦੀ ਹੈ। ਉਸ ਭੁੱਖ ਦੇ ਨਾਲ ਸਾਰੇ ਤੇਰੇ ਦੁੱਖ ਮਿਟ ਜਾਣਗੇ, ਜਨਮ ਤੇ ਮਰਨ ਦਾ ਵੀ। ਪਰ ਯਾਦ ਨਹੀਂ। ਆਪਾਂ ਸਵੇਰੇ ਉੱਠਦੇ ਹਾਂ, ਗੁਰੂ ਨੇ ਉਪਦੇਸ਼ ਕੀਤਾ ਹੈ ਭਾਈ ਸਵੇਰੇ ਉੱਠ ਕੇ ਕੀ ਕਰਨਾ ਹੈ? ਸਿਮਰਨ ਕਰਨਾ ਹੈ। ਅਸੀਂ ਨਹਾ ਧੋ ਕੇ ਸਿਮਰਨ 'ਤੇ ਬੈਠਦੇ ਹਾਂ। ਜਦੋਂ ਸਿਮਰਨ 'ਤੇ ਬੈਠਦੇ ਹਾਂ ਤਾਂ ਮਨ ਵਿੱਚੋਂ ਨਿਕਲ ਜਾਂਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ ਸੀ, ਮਨ ਕਰ ਕਬੂ ਨ ਹਾਰ ਗੁਣ ਗਾਇਓ। ਬੈਠਾ ਤੇ ਜ਼ਰੂਰ ਹੈ ਤੂੰ ਸਿਮਰਨ ਵਾਸਤੇ, ਪਰ ਮਨ ਕਰਕੇ ਨਹੀਂ। ਮਨ ਤੇਰਾ ਵਿੱਚ ਹੀ ਨਹੀਂ ਹੈ, ਮਨ ਤੇਰੇ ਕੋਲ ਹੀ ਨਹੀਂ ਖਲੋਤਾ। ਮਨ ਤੇਰਾ ਬਾਹਰ ਭੱਜ ਗਿਆ। ਜੇ ਮਨ ਕਰਕੇ ਮਨ ਨੂੰ ਖਿਲਾਰਿਆ ਨਹੀਂ ਤੇ ਫਿਰ ਪਿਆਰੀ ਸਾਧ ਸੰਗਤ ਸਾਡੇ ਜ਼ਿੰਦਗੀ ਦੇ ਵਿੱਚ ਉਹੋ ਹੀ ਰਸੇ ਅਤੇ ਉਹੀ ਪੈੜੇ। ਸਾਡੀ ਬੰਦਗੀ ਜਿਹੜੀ ਉਹ ਬਣੇਗੀ ਨਹੀਂ। ਜਦੋਂ ਸਤਿਗੁਰ ਦੇ ਚਰਨਾਂ ਵਿੱਚ ਜਾਂਦੇ ਹਾਂ ਅਸੀਂ ਉਪਦੇਸ਼ ਲੈਣ ਵਾਸਤੇ, ਮੈਂ ਦੂਜੀ ਮਿਸਾਲ ਲੱਗਾ ਦੇਣ। ਸਤਿਗੁਰ ਦੇ ਚਰਨਾਂ ਵਿੱਚ ਜਾਂਦੇ ਹਾਂ ਅਤੇ ਅਸੀਂ ਕਹਿੰਦੇ ਕੁਛ ਨਾ ਕੁਛ ਲੈ ਚੱਲੀਏ, ਕੋਈ ਭੇਟਾ ਲੈ ਚੱਲੀਏ ਜਾਂ ਗੁਰੂ ਦਕਸ਼ਣਾ ਲੈ ਚੱਲੀਏ। ਇਹ ਮਨ 'ਚ ਵਿਚਾਰ ਆਉਂਦਾ ਹੈ, ਜਾਂ ਵੇਖੋ ਵੇਖੀ ਪਤਾ ਲੱਗਦਾ। ਪਰ ਆਪਾਂ ਕੀ ਕਰਦੇ ਹਾਂ? ਸੋਹਣੇ ਸੋਹਣੇ ਫਲ ਲੈ ਜਾਂਦੇ ਹਾਂ, ਹਾਰ ਲੈ ਜਾਂਦੇ ਹਾਂ, ਅਸੀਂ ਪੈਸੇ ਵੀ ਲੈ ਜਾਂਦੇ ਹਾਂ, ਕੋਈ ਵਸਤਰ ਲੈ ਜਾਂਦਾ ਹੈ, ਜੋ ਕਿਸੇ ਦਾ ਮਨ ਹੁੰਦਾ ਲੈ ਜਾਂਦਾ ਹੈ। ਉਹ ਅੱਗੇ ਰੱਖ ਕੇ ਭੇਟਾ ਰੱਖ ਦਿੰਦਾ, ਜੀ ਮੈਂ ਇਹ ਗੁਰੂ ਦਕਸ਼ਣਾ ਦਿੱਤੀ ਹੈ। ਪਰ ਗੁਰੂ ਤਾਂ ਚਾਹੁੰਦਾ ਹੀ ਨਹੀਂ ਹੈਗਾ ਇਹ। ਗੁਰੂ ਇਹ ਭੇਟਾ ਨਹੀਂ ਚਾਹੁੰਦਾ। ਗੁਰੂ ਕੀ ਚਾਹੁੰਦਾ ਹੈ?
ਗੁਰੂ ਚਾਹੁੰਦਾ ਹੈ, ਕਹਿੰਦਾ ਹੈ ਕਿ ਜਿਹੜੀ ਚੀਜ਼ ਮੇਰੀ ਹੈ, ਮੇਰੇ ਕੋਲ ਰੱਖਣ ਜੋਗੀ, ਉਹ ਤੂੰ ਦਿੱਤੀ ਨਹੀਂ। ਜਿਸ ਨੇ ਤੇਰੀ ਜ਼ਿੰਦਗੀ ਵਿੱਚ, ਸਿਮਰਨ ਦੇ ਵਿੱਚ, ਭਗਤੀ ਵਿੱਚ ਜਿਹਨੇ ਵਾਧਕ ਬਣਨਾ ਹੈ, ਉਹ ਤੇ ਚੀਜ਼ ਦਿੱਤੀ ਨਹੀਂ ਤੂੰ। ਉਹ ਪੁੱਛਦੇ ਨੇ ਉਹ ਕਿਹੜੀ ਚੀਜ਼ ਹੈ? ਕਹਿੰਦੇ ਨੇ ਮੈਨੂੰ ਤੇ ਇਹਨਾਂ ਚੀਜ਼ਾਂ ਦੀ ਲੋੜ ਨਹੀਂ। ਜੇ ਕੋਈ ਪ੍ਰਸ਼ਾਦ ਲਿਆਂਦਾ ਸੰਗਤ 'ਚ ਵੰਡ ਦਿੱਤਾ, ਜੇ ਪੈਸਾ ਆਇਆ ਤੇ ਉੱਥੇ ਬਿਲਡਿੰਗ 'ਤੇ ਲਾ ਦਿੱਤਾ। ਗੁਰੂ ਕੀ ਚਾਹੁੰਦਾ ਹੈ? ਗੁਰੂ ਕਹਿੰਦਾ ਕੱਖਾਂ ਦੀ ਕੁੱਲੀ ਭਾਵੇਂ ਹੋ ਜਾਵੇ ਮੇਰੇ ਰਹਿਣ ਵਾਸਤੇ, ਪਰ ਨਾਮ ਦੇ ਬਦਲੇ, ਸਿਮਰਨ ਦੇ ਬਦਲੇ ਮੈਂ ਇੱਕ ਚੀਜ਼ ਮੰਗਣਾ ਹੈ। ਉਹ ਕੋਈ ਵਿਰਲਾ ਦਿੰਦਾ ਹੈ, ਹਰ ਇੱਕ ਨਹੀਂ ਦਿੰਦਾ। ਪੁੱਛਿਆ ਹੱਥ ਜੋੜ ਕੇ, ਮਹਾਰਾਜ ਜੀ ਉਹ ਕਿਹੜੀ ਚੀਜ਼ ਹੈ? ਕਹਿੰਦੇ ਨੇ ਮਨ, ਜਿਹੜਾ ਤੈਨੂੰ ਤੰਗ ਕਰਦਾ ਹੈ, ਜਿਹੜਾ ਦੁਖੀ ਕਰਦਾ ਹੈ। ਮਨ ਅਸੀਂ ਅੱਗੇ ਰੱਖਦੇ ਨਹੀਂ, ਅਸੀਂ ਸੰਸਾਰੀ ਵਸਤੂਆਂ ਰੱਖਦੇ ਹਾਂ। ਮਨ ਇਹਨਾਂ ਚੀਜ਼ਾਂ ਵਿੱਚ ਫਸਿਆ ਹੋਇਆ ਹੈ, ਇਹਨਾਂ ਚੀਜ਼ਾਂ ਦੇ ਵਿੱਚ ਹੀ ਜ਼ਿੰਦਗੀ ਜਿਹੜੀ ਹੈ ਉਹ ਬਿਤਾਈ ਜਾ ਰਹੀ ਹੈ। ਤੇ ਨਾਲੇ ਹੁਣ ਸਮਾਂ ਆਇਆ ਹੈ, ਪਸ਼ੂ ਬਣਿਆ ਨਾਮ ਨਹੀਂ ਜਪਿਆ ਜਾਣਾ, ਪਰਿੰਦਾ ਬਣ ਗਿਆ ਤਾਂ ਵੀ ਨਾਮ ਨਹੀਂ ਜਪਿਆ ਜਾਣਾ, ਜੇ ਕੀੜਾ ਮਕੌੜਾ ਬਣਿਆ ਤਾਂ ਵੀ ਨਾਮ ਨਹੀਂ ਜਪਿਆ ਜਾਣਾ। 84 ਲੱਖ ਜੂਨ ਦੇ ਵਿੱਚ ਇੱਕ ਮਨੁੱਖੀ ਜਨਮ ਨੂੰ ਛੱਡ ਕੇ ਉਹ ਕਿਹੜੀ ਦੇਰ ਹੈ ਜਿਹਦੇ ਵਿੱਚ ਬਹਿ ਕੇ ਅਸੀਂ ਸਿਮਰਨ ਕਰਕੇ ਪਰਮਾਤਮਾ ਕੋਲ ਪਹੁੰਚੀਏ? ਗੁਰੂ ਅਰਜਨ ਦੇਵ ਮਹਾਰਾਜ ਜੀ ਇਹਨੂੰ ਟੁੰਬ ਕੇ ਜਗਾਉਂਦੇ ਨੇ। ਕਹਿੰਦੇ ਨੇ ਜਾਗ ਕਿੱਥੇ? ਵੱਤਰ ਲੱਗਾ ਨਾਮ ਬੀਜ ਲੈ, ਵੱਤਰ ਲਗਾਈ ਨੀ ਜਿੰਦੇ ਹੁਣ ਨਾਮ ਬੀਜ ਲੈ। ਵੱਤਰ ਲਗਾਈ ਨੀ ਜਿੰਦੇ ਹੁਣ, ਵੱਤਰ ਲਗਾਈ ਨੀ ਜਿੰਦੇ ਹੁਣ ਨਾਮ ਬੀਜ ਲੈ। ਵੱਤਰ ਲਗਾਈ ਨੀ ਜਿੰਦੇ ਹੁਣ ਨਾਮ ਬੀਜ ਲੈ, ਵੱਤਰ ਲਗਾਈ ਨੀ ਜਿੰਦੇ ਹੁਣ ਨਾਮ ਬੀਜ ਲੈ। ਵੱਤਰ ਲਗਾ, ਵੱਤਰ ਲਗਾ ਨਾਮ ਬੀਜ ਲੈ। ਜਿੰਦੇ ਨਾਮ ਬੀਜ ਲੈ, ਬੀਜ ਲੈ। ਜਿੰਦੇ ਬੀਜ ਲੈ, ਜਿੰਦੇ ਨਾਮ ਬੀਜ ਲੈ, ਬੀਜ ਲੈ। ਬੀਜ ਲੈ। ਜਿੰਦੇ ਹੁਣ ਨਾਮ ਬੀਜ ਲੈ, ਵੱਤਰ ਲਗਾਈ ਨੀ ਜਿੰਦੇ ਹੁਣ ਨਾਮ ਬੀਜ ਲੈ। ਵੱਤਰ ਬੀਜ ਲੈ, ਜਿੰਦੇ ਹੁਣ। ਗੁਰੂ ਸਾਹਿਬ ਕਹਿੰਦੇ ਨੇ ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਕਹਿੰਦੇ ਨੇ ਨਾਮ ਕਿਸ ਤਰ੍ਹਾਂ ਬੀਜਣਾ ਹੈ? ਜਿਵੇਂ ਕਣਕ ਬੀਜੀ ਜਾਂਦੀ ਹੈ, ਪਹਿਲਾਂ ਵੇਖਦੇ ਹਾਂ ਅਸੀਂ ਪੈਲੀ ਵੱਤਰ ਵਿੱਚ ਹੈ, ਜੇ ਨਹੀਂ ਵੱਤਰ ਤੈਨੂੰ ਪਾਣੀ ਦੇਣਾ ਪੈਂਦਾ ਹੈ। ਪਾਣੀ ਦੇ ਕੇ ਧਰਤੀ ਨੂੰ ਵਾਇਆ ਜਾਂਦਾ, ਵੱਤਰ ਵਿੱਚ ਲਿਆ ਕੇ ਤੇ ਫਿਰ ਕੀ ਕਰਦੇ ਹਾਂ? ਬੀਜ ਬੀਜਦੇ ਹਾਂ। ਤੇ ਬੀਜ ਵੇਖਦੇ ਚੰਗਾ ਹੈ, ਕਿਤੇ ਸੁਸਰੀ ਦਾ ਖਾਧਾ ਤਾਂ ਨਹੀਂ ਗਾ, ਢੋਰਾ ਤਾਂ ਨਹੀਂ ਲੱਗਾ ਇਹਨੂੰ, ਕਿਤੇ ਉੱਗਾ ਹੀ ਨਾ, ਕਿਤੇ ਮਰਿਆ ਹੋਇਆ ਤਾਂ ਨਹੀਂ ਹੈ। ਬੀਜ ਚੰਗਾ ਵੇਖ ਕੇ ਪਾਉਂਦੇ ਹਾਂ ਅਸੀਂ, ਤਾਂ ਜਾ ਕੇ ਬੀਜ ਉਗਦਾ ਹੈ। ਵੱਤਰ ਲੱਗਾ ਹੈ, ਜਦੋਂ ਵੱਤਰ ਸੁੱਕ ਜਾਵੇ ਅਸੀਂ ਬੀਜ ਚੰਗਾ ਵੀ ਪਾ ਦੇਵਾਂਗੇ ਤਾਂ ਵੀ ਨਹੀਂ ਉਗਣਾ। ਮਹਾਰਾਜ ਜੀ ਨੇ ਸਰੀਰ ਨੂੰ ਕਿਹਾ ਹੈ, ਕਹਿੰਦੇ ਹੁਣ ਤੈਨੂੰ ਮਨੁੱਖੀ ਜਨਮ ਮਿਲਿਆ ਹੈ, ਹੁਣ ਤੇਰੇ ਤੇ ਮਨੁੱਖੀ ਜੀਵਨ ਜਿਹੜਾ ਆਇਆ ਹੈ, ਇਸ ਵਾਰੀ ਵਿੱਚ ਆਇਆ ਤੂੰ, ਕੀ ਕਰ? ਹੁਣ ਵੱਤਰ ਲੱਗਾ, ਭਾਵ ਹੁਣ ਨਾਮ ਜਪਣ ਦਾ ਵੇਲਾ ਹੈ। ਪਸ਼ੂ ਬਣ ਕੇ ਨਹੀਂ ਜਪਿਆ ਗਿਆ, ਕੀੜਾ ਮਕੌੜਾ ਬਣ ਕੇ ਨਹੀਂ ਜਪਿਆ ਗਿਆ, ਪਰਿੰਦਾ ਬਣ ਕੇ ਨਹੀਂ ਜਪਿਆ ਗਿਆ। 84 ਲੱਖ ਤੋਂ ਗੱਲ ਕੀ, 83,99,999 ਜੂਨਾਂ ਵਿੱਚ ਤੂੰ ਗੱਲ ਕੀ ਰੇਂਗਦਾ ਰਿਹਾ ਧਰਤੀ ਉੱਤੇ, ਭੱਜਦਾ ਰਿਹਾ ਪਰਾਂ ਦੇ ਨਾਲ, ਉੱਡਦਾ ਰਿਹਾ ਆਕਾਸ਼ਾਂ ਵਿੱਚ, ਪਰ ਸਿਮਰਨ ਨਹੀਂ ਕੀਤਾ, ਨਾਮ ਨਹੀਂ ਜਪਿਆ।
ਕਹਿੰਦੇ ਹੁਣ 72 ਲੱਗਾ, ਭਾ ਮਨੁੱਖੀ ਜਨਮ ਮਿਲ ਗਿਆ ਤੈਨੂੰ, ਮਨੁੱਖੀ ਜਨਮ ਮਿਲ ਗਿਆ ਹੈ। ਮਨ ਨੂੰ ਇਕਾਗਰ ਕਰ, ਮਨ ਨੂੰ ਕਿੱਥੇ ਜੋੜ, ਮਨ ਸਤਿਗੁਰ ਦੇ ਚਰਨਾਂ ਵਿੱਚ ਜੋੜ। ਕਹਿੰਦੇ ਨੇ ਗੁਰ ਕੀ ਮਤ ਲੈ ਇਆਣੇ, ਗੁਰੂ ਕੀ ਮਤ ਦਿੰਦਾ ਹੈ, ਗੁਰੂ ਮਤ ਦਿੰਦਾ ਹੈ। ਕਹਿੰਦੇ ਨੇ ਜਿਹੜੀ ਚੀਜ਼ ਤੈਨੂੰ ਤੰਗ ਕਰਦੀ ਹੈ ਉਹਨੂੰ ਮੇਰੇ ਚਰਨਾਂ ਵਿੱਚ ਛੱਡ ਦੇ, ਮੇਰੇ ਕੋਲ ਰੱਖ ਦੇ, ਮੇਰੇ ਕੋਲ ਗਹਿਣੇ ਪਾ ਜਾ। ਕਹਿੰਦੇ ਨੇ ਕਿ ਮਨ ਜਿਹੜਾ ਹੈ ਸਤਿਗੁਰ ਦੇ ਕੋਲ ਰੱਖ ਦੇ। ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਤੇਰਾ ਕਾਰਜ ਰਾਸ ਤਾਂ ਆਵੇਗਾ, ਤੇਰਾ ਕਾਰਜ ਰਾਸ ਤਾਂ ਆਵੇਗਾ ਜੇ ਮਨ ਸਤਿਗੁਰ ਦੇ ਕੋਲ ਦਿੱਤਾ ਹੈ। ਤੇ ਜਦੋਂ ਤੂੰ ਆਪਣੀ ਮਤ ਨਾਲ ਚੱਲੇਗਾ, ਤੇਰੀ ਮਤ ਤੈਨੂੰ, ਤੇਰੇ ਕੋਲ ਮਨ ਖੋਲੇਗਾ, ਮਨ ਸੰਸਾਰ ਵਿੱਚ ਲੈ ਤੁਰੇਗਾ। ਮਨ ਕੀ ਹੈ? ਜਮਦੂਤ ਹੈ, ਗਹਿਰੇ ਪਾਣੀ ਜਾ ਕੇ ਹੱਥੋਂ ਜਾਂਦਾ ਛੂਟ। ਕਹਿੰਦੇ ਨੇ ਇਹਨੂੰ ਗੱਲ ਕੀ ਕਰਦਾ, ਮਾਇਆ ਰੂਪੀ ਪਾਣੀ ਦੇ ਵਿੱਚ ਡੁਬੋ ਕੇ ਤੇ ਇਹਨੂੰ ਮਾਰਦਾ। ਫਿਰ ਉੱਥੇ ਨਾ ਕੋਈ ਪਾਠ ਹੈ, ਨਾ ਕੋਈ ਪੂਜਾ ਹੈ, ਨਾ ਕੋਈ ਰੱਬ ਦੀ ਬੰਦਗੀ ਹੈ, ਨਾ ਗੁਰੂ ਦਾ ਧਿਆਨ ਹੈ, ਕੁਛ ਵੀ ਨਹੀਂ ਹੈ। ਮਨ ਦੇ ਅਧੀਨ ਹੋ ਕੇ ਜੇ ਕੰਮ ਕਰਨਾ ਹੈ ਤੇ ਉਹ ਭਗਤੀ ਥੋਥੀ ਹੈ। ਭਗਤੀ ਪਰਿਪੱਕ ਕਦੋਂ ਹੁੰਦੀ ਹੈ? ਜਦੋਂ ਗੁਰੂ ਦਾ ਅੰਦਰ ਭੈ ਆਵੇ, ਜਦੋਂ ਗੁਰੂ ਦੇ ਅੰਦਰ ਸਰੂਪ ਵਸ ਜਾਵੇ। ਖਾਂਦਾ ਕੌਣ ਹੈ? ਗੁਰੂ ਖਾਂਦਾ ਹੈ, ਮੈਂ ਨਹੀਂ ਖਾਂਦਾ। ਕਰਦਾ ਕੌਣ ਹੈ? ਗੁਰੂ ਕਰਦਾ ਹੈ, ਮੈਂ ਨਹੀਂ ਕਰਦਾ। ਹਰ ਕੰਮ ਜਿਹੜਾ ਹੈ ਉਹ ਗੁਰੂ ਦੇ ਅਰਪਣ ਕਰਦਾ ਹੈ। ਤੇ ਫਿਰ ਕੀ ਹੁੰਦਾ ਹੈ? ਇਹਦੇ ਸਾਰੇ ਕਾਰਜ ਰਾਸ ਹੁੰਦੇ ਨੇ, ਇਹ ਤੁਰ ਪੈਂਦਾ ਹੈ, ਕਿਉਂ ਗੁਰੂ ਦੀ ਰਜ਼ਾ ਵਿੱਚ ਆ ਗਿਆ। ਜਦੋਂ ਗੁਰੂ ਦੀ ਰਜ਼ਾ, ਫਿਰ ਉਹ ਹਿਸਾਬ ਹੋ ਜਾਂਦਾ ਹੈ ਜਿਵੇਂ ਕਿਸੇ ਮੰਤਰੀ ਨੂੰ ਦਿੱਤਾ ਜਾਂਦਾ ਨਾ, ਫੋਰਸ ਦਿੱਤੀ ਜਾਂਦੀ ਹੈ ਉਹਦੀ ਰਾਖੀ ਵਾਸਤੇ। ਜਦੋਂ ਉਹ ਬਾਹਰ ਫੋਰਸ ਤੋਂ ਨਾਂਭੇ ਹੁੰਦਾ ਹੈ, ਉਦੋਂ ਪਤਾ ਨਹੀਂ ਉਹਨੇ ਬਚਣਾ ਕਿ ਨਹੀਂ ਜੀ ਬਚਣਾ, ਕਿਸੇ ਨੇ ਗੋਲੀ ਮਾਰ ਕੇ ਮਾਰ ਜਾਣਾ ਹੈ। ਇਸ ਤਰ੍ਹਾਂ ਹੀ ਸਾਡੇ ਮਨ ਦਾ ਹਾਲ ਹੈ। ਜਿਹੜਾ ਮਨ ਸਾਡਾ ਹੈ, ਜਦੋਂ ਸਤਿਗੁਰ ਦੇ ਹਵਾਲੇ ਕਰ ਦਿੱਤਾ, ਇਹਨੂੰ ਕਦਮ ਕਦਮ ਉੱਤੇ, ਇਹਨੂੰ ਸਵਾਸ ਸਵਾਸ ਉੱਤੇ ਗੁਰੂ ਜਿਹੜਾ ਹੈ ਇਹਦੀ ਰਾਖੀ ਕਰਦਾ ਹੈ। ਪਰ ਫਿਰ ਵੀ ਕੀ ਕਰਦਾ? ਗੁਰੂ ਦੇ ਚਰਨਾਂ ਵਿੱਚ ਵੀ ਬਹਿ ਕੇ, ਸਾਹਮਣੇ ਗੁਰੂ ਬੈਠਾ ਹੁੰਦਾ ਹੈ, ਗੁਰੂ ਦੇ ਚਰਨਾਂ ਵਿੱਚ ਬਹਿ ਕੇ ਵੀ ਇਹ ਮਨ ਜਿਹੜਾ ਹੈ ਇਹਨੂੰ ਖਿੱਚ ਲੈਂਦਾ ਹੈ। ਪ੍ਰਮਾਣ ਆ ਗਿਆ। 6ਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੀ ਕੀਤਾ? ਬੈਠੇ ਨੇ, ਤੇ ਬੈਠੇ ਵੀ ਸ੍ਰੀ ਹਰਗੋਬਿੰਦਪੁਰ ਦੇ ਲਾਗੇ ਨੇ। ਇੱਕ ਪਿੰਡ ਵਿੱਚ ਬੈਠੇ, ਕੋਈ ਸਮਾਂ ਮਿਲਿਆ ਇੱਦਾਂ ਦਾ ਜਿਸ ਵੇਲੇ ਉੱਥੇ ਕੀ ਕੀਤਾ ਕਿ ਮਹਾਰਾਜ ਜੀ ਰਾਤ ਰਹੇ ਨੇ, ਦਿਨ ਚੜ੍ਹਿਆ, ਮਹਾਰਾਜ ਜੀ ਨੇ ਇਸ਼ਨਾਨ ਕੀਤਾ ਹੈ, ਸਿਮਰਨ ਕੀਤਾ ਹੈ। ਕਿ ਕਿਸੇ ਨੇ ਪੁੱਛ ਲਿਆ, ਮਹਾਰਾਜ ਜੀ ਇਹ ਸਿਮਰਨ ਕਰਨਾ ਇੰਨਾ ਜ਼ਰੂਰੀ ਹੈ? ਕਿੰਨਾ ਜ਼ਰੂਰੀ ਹੈ? ਬਿਲਕੁਲ ਜ਼ਰੂਰੀ ਹੈ। ਕਹਿੰਦੇ ਨੇ ਜੇ ਮਨ ਦੀ ਤੇ ਤਨ ਦੀ ਅਰੋਗਤਾ ਲੈਣੀ ਹੈ ਤੇ ਫਿਰ ਤੇ ਸਿਮਰਨ ਕਰਨਾ ਪਏਗਾ, ਇਸ਼ਨਾਨ ਕਰਨਾ ਪਏਗਾ। ਕਿਉਂਕਿ ਜਿਸਲੇ ਅਸੀਂ ਸੁੱਤੇ ਹੁੰਦੇ ਹਾਂ, ਉਸ ਵੇਲੇ ਸਾਡੇ ਦੁਆਲੇ ਸੁਸਤੀ ਨੇ ਡੇਰਾ ਲਾਇਆ ਹੁੰਦਾ। ਕਦੀ ਉੱਥੇ ਡਿੱਗਦਾ, ਕਦੀ ਉੱਥੇ ਡਿੱਗਦਾ, ਕਹਿੰਦਾ ਹੋਰ ਸੌ ਲਾਵਾਂ, ਹੋਰ ਸੌ ਲਾਵਾਂ। ਜਦੋਂ ਇਸ਼ਨਾਨ ਕਰ ਲੈਂਦਾ ਹੈ, ਇਹਦੀ ਸਾਰੀ ਸੁਸਤੀ ਦੂਰ ਹੋ ਜਾਂਦੀ ਹੈ। ਮੈਂ ਕਈ ਵਾਰੀ ਬੋਲਦਾ ਹਾਂ, ਗੁਰੂ ਸਾਹਿਬ ਬਾਣੀ 'ਚ ਵੀ ਕਹਿੰਦੇ ਨੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਤਨ ਮਨ ਭਏ ਅਰੋਗਾ ਜੀ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਤਨ ਮਨ ਭਏ ਅਰੋਗਾ ਜੀ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਤਨ ਮਨ ਭਏ ਅਰੋਗਾ ਜੀ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਤਨ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਤਨ ਮਨ ਭਏ ਅਰੋਗਾ ਜੀ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਤਨ ਮਨ ਭਏ ਅਰੋਗਾ ਜੀ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਤਨ ਮਨ ਭਏ ਅਰੋਗਾ ਜੀ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਤਨ ਮਨ ਭਏ ਅਰੋਗਾ ਜੀ। ਤਨ ਮਨ ਭਏ, ਮਨ ਭਏ ਅਰੋਗਾ ਜੀ। ਤਨ ਮਨ ਭਏ ਅਰੋਗਾ ਜੀ। ਤਨ ਮਨ ਭਏ ਅਰੋਗਾ
ਜੀ ਤਨ ਮਨ ਪਏ ਅਰੋਗਾ ਜੀ। ਤਨ ਮਨ ਅਰੋਗਾ ਜੀ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਤਨ ਮਨ ਪਏ ਅਰੋਗਾ ਜੀ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਤਨ ਮਨ ਪਏ ਅਰੋਗਾ ਜੀ। ਕਰ ਇਸ਼ਨਾਨ ਜੀ ਕਰ ਆਪਣਾ ਜੀ। ਨਾਉ ਪ੍ਰਭਾਤੇ ਸ਼ਬਦ ਧਿਆਈਏ। ਗੁਰੂ ਸਾਹਿਬ ਕਹਿੰਦੇ ਨੇ ਪ੍ਰਭਾਤ ਵੇਲੇ ਉਠੋ, ਨਾਉ ਪ੍ਰਭਾਤੇ ਸ਼ਬਦ ਧਿਆਈਏ। ਜਿਨ੍ਹਾਂ ਨੂੰ ਰੱਬ ਦਾ ਡਰ ਨਹੀਂ ਉਹ ਸੁੱਤੇ ਰਹਿੰਦੇ ਨੇ। ਜਿਨ੍ਹਾਂ ਨੂੰ ਪ੍ਰਮਾਤਮਾ ਦਾ ਡਰ ਨਹੀਂ ਹੈ ਉਹ ਸੁੱਤੇ ਰਹਿੰਦੇ ਨੇ। ਉਹਨਾਂ ਨੂੰ ਚੇਤਾ ਹੀ ਨਹੀਂ ਕਿ ਅਸੀਂ ਸਾਨੂੰ ਮਾਲਕ ਨੇ ਸਮਾਂ ਦੇਣਾ ਹੈ ਤੇ ਅੰਮ੍ਰਿਤ ਵੇਲੇ ਹੀ ਦੇਣਾ ਹੈ, ਪਿੱਛੋਂ ਸਮਾਂ ਮਿਲਣਾ ਹੀ ਕੋਈ ਨਹੀਂ ਹੈ। ਪਿੱਛੋਂ ਕੀ ਕਰਨਾ ਹੈ? ਇਹ ਉਦੋਂ ਉੱਠਦਾ ਅਜੇ ਕੰਮ ਤੇ ਮੈਂ ਬੜੀ ਦੇਰ ਨਾਲ ਜਾਣਾ ਹੈ, ਮੈਨੂੰ ਕੋਈ ਕੰਮ ਨਹੀਂ, ਮੈਂ ਸੌਂ ਲਵਾਂ। ਪਰ ਯਾਦ ਰੱਖੋ ਇਹ ਨੀਂਦਰ ਜਿਹਨੇ ਪਰਮਾਤਮਾ ਨੂੰ ਵਿਸਾਰ ਦਿੱਤਾ ਹੈ, ਇਹ ਨੀਂਦਰ ਜਿਸ ਨੇ ਕੀ ਕੀਤਾ ਹੈ, ਇਹ ਮਾਇਆ ਬਣ ਕੇ ਉੱਤੇ ਪੈ ਗਈ ਹੈ। ਇੱਕ ਦਿਨ ਐਸਾ ਆਉਣਾ ਹੈ ਤੂੰ ਸੁੱਤਾ ਹੋਣਾ ਹੈ, ਤੈਨੂੰ ਜਗਾਉਣਾ ਹੈ, ਆਵਾਜ਼ਾਂ ਵੀ ਮਾਰਨੀਆਂ ਨੇ ਪਰ ਤੇਰੇ ਮੂੰਹੋਂ ਆਵਾਜ਼ ਨਹੀਂ ਨਿਕਲਣੀ। ਇੱਕ ਦਿਨ ਆਉਣਾ ਹੈ। ਇੱਕ ਦਿਨ ਸੌਣਾ ਰੱਜ ਕੇ ਤੈਨੂੰ ਸੁੱਤੇ ਨੂੰ ਕਿਸੇ ਨਾ ਆਵਾਜ਼ ਮਾਰਨੀ। ਇੱਕ ਦਿਨ ਸੌਣਾ ਰੱਜ ਕੇ ਤੈਨੂੰ ਸੁੱਤੇ ਨੂੰ ਕਿਸੇ ਨਾ ਆਵਾਜ਼ ਮਾਰਨੀ। ਇੱਕ ਕੇ ਤੈਨੂੰ ਸੁੱਤੇ ਨੂੰ ਕਿਸੇ ਨਾ ਆਵਾਜ਼ ਮਾਰਨੀ। ਇੱਕ ਦਿਨ ਸੋਣਾ ਰੱਜ ਕੇ ਤੈਨੂੰ ਸੁੱਤੇ ਨੂੰ ਕਿਸੇ ਨਾ ਆਵਾਜ਼ ਮਾਰਨੀ। ਇੱਕ ਦਿਨ ਸੌਣਾ ਰੱਜ ਕੇ ਤੈਨੂੰ ਸੁੱਤੇ ਨੂੰ ਕਿਸੇ ਨਾ ਆਵਾਜ਼ ਮਾਰਨੀ। ਇੱਕ ਦਿਨ ਸੌਣਾ ਰੱਜ ਕੇ ਤੈਨੂੰ ਸੁੱਤੇ ਨੂੰ ਕਿਸੇ ਨਾ ਆਵਾਜ਼ ਮਾਰਨੀ। ਇੱਕ ਕੇ ਕਿਸੇ ਨਾ ਰੱਜ ਕੇ ਤੈਨੂੰ ਕਿਸੇ ਨੇ ਆਵਾਜ਼ ਮਾਰਨੀ। ਜਦੋਂ ਬੰਦਾ ਮਰ ਜਾਂਦਾ ਉਹਨੂੰ ਆਵਾਜ਼ਾਂ ਥੋੜ੍ਹਾ ਮਾਰਦੇ ਕੋਈ, ਉਹਦੇ ਲਾਗੇ ਰੋਂਦੇ ਆ, ਪਿੱਟਦੇ ਉੱਚੀ ਉੱਚੀ, ਚੀਕਾਂ ਮਾਰਦੇ ਆ, ਪਰ ਉਹ ਤੇ ਦਲੇਰੀ ਵੀ ਨਹੀਂ ਦਿੰਦਾ, ਉੱਠ ਕੇ ਅੱਖ ਵੀ ਨਹੀਂ ਖੋਲ੍ਹਦਾ। ਉਹ ਤੇ ਗਿਆ ਸੰਸਾਰ ਵਿੱਚੋਂ। ਕਿਹਨੂੰ ਜਗਾਉਂਦੇ ਨੇ? ਜਿਹੜਾ ਜਿਉਂਦਾ ਹੈ, ਸਵਾਸਾਂ ਵਿੱਚ ਹੈ, ਉਹਨੂੰ ਆਵਾਜ਼ ਮਾਰਦੇ ਨੇ, ਕਹਿੰਦੇ ਉੱਠ ਇਸ਼ਨਾਨ ਕਰ। ਮਾਰੀ ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਤਨ ਤੇ ਮਨ, ਦੋ ਚੀਜ਼ਾਂ ਦੀ ਅਰੋਗਤਾ ਮੰਗਦਾ ਹੈ। ਮਨ ਵੀ ਜਿਹੜਾ ਸੁਚੇਤ ਹੋ ਜਾਂਦਾ ਹੈ, ਜਿਹੜੀ ਸੁਸਤੀ ਹੈ ਨਿਕਲ ਜਾਂਦੀ ਹੈ, ਤਨ ਜਿਹੜਾ ਹੈ ਐਕਟਿਵ ਹੋ ਜਾਂਦਾ ਹੈ, ਔਰ ਮਨ ਸੁਚੇਤ ਉਹ ਵੀ ਐਕਟਿਵ ਹੋ ਜਾਂਦਾ ਹੈ। ਫਿਰ ਕੀ ਹੈ? ਫਿਰ ਸਿਮਰਨ ਵਿੱਚ ਵੀ ਮਨ ਲੱਗਦਾ ਹੈ। ਗੁਰੂ ਹਰਗੋਬਿੰਦ ਸਾਹਿਬ ਮਾਰੀ ਸਮਝਾ ਰਹੇ ਨੇ, ਪਰ ਉਹ ਟਾਈਮ ਅੰਮ੍ਰਿਤ ਵੇਲੇ ਦਾ ਸੀ। ਮਹਾਰਾਜ ਜੀ ਬੈਠੇ ਸਨ ਤੇ ਪਾਠ ਸ਼ੁਰੂ ਹੋਣ ਲੱਗਾ। ਕੌਣ ਕਰੇ ਪਾਠ? ਮਹਾਰਾਜ ਜੀ ਨੇ ਸੰਗਤ ਵਿੱਚ ਬੈਠੀ ਸੀ, ਸੰਗਤ ਵਿੱਚ ਸੰਬੋਧਨ ਕੀਤਾ। ਕਹਿੰਦੇ ਕੋਈ ਹੈ ਬੰਦਾ ਐਸਾ ਜਿਹੜਾ ਜਪਜੀ ਸਾਹਿਬ ਦਾ ਪਾਠ ਸਾਨੂੰ ਸੁਣਾਵੇ, ਕੋਈ ਸ਼ੁੱਧ ਪਾਠ ਕਰੇ। ਸਾਰੀਆਂ ਧੌਣਾਂ ਨੀਵੀਆਂ ਪੈ ਗਈਆਂ। ਹੁਣ ਗੁਰੂ ਤੇ ਸੂਰਜ ਸੀ, ਸੂਰਜ ਸਾਹਮਣੇ ਦੀਵਾ ਕਿਹੜਾ ਬਲੇ। ਹੁਣ ਸਾਰਿਆਂ ਧੌਣਾਂ ਥੱਲੇ ਕਰ ਲਈਆਂ, ਕੋਈ ਬੋਲਿਆ ਨਹੀਂ। ਮਹਾਰਾਜ ਜੀ ਦੇਖਦੇ ਨੇ ਸਾਰੀ ਸੰਗਤ ਵੱਲ, ਤੇ ਹਾਫਜ਼ਾਬਾਦ ਦਾ ਇੱਕ ਭਗਤ ਸੀ, ਉਹਦਾ ਨਾਂ ਸੀ ਗੋਪਾਲਾ, ਗੋਪਾਲ ਦਾਸ ਉਹਦਾ ਨਾਂ ਸੀ। ਉਹ ਕਹਿੰਦਾ, ਉੱਠ ਕੇ ਕਹਿੰਦਾ, ਸੱਚੇ ਪਾਤਸ਼ਾਹ ਜੇ ਆਪ ਜੀ ਦਾ ਹੁਕਮ ਹੋਵੇ, ਜੇ ਆਪ ਜੀ ਦੀ ਕਿਰਪਾ ਮੇਰੇ 'ਤੇ ਬਣ ਜਾਵੇ, ਮੈਨੂੰ ਹੁਕਮ ਕਰੋ ਤੇ ਮੈਂ ਪਾਠ ਬਹਿ ਕੇ ਕਰਦਾ ਹਾਂ। ਗੁਰੂ ਸਾਹਿਬ ਕਹਿੰਦੇ ਨੇ ਠੀਕ ਹੈ, ਬੜੇ ਪ੍ਰਸੰਨ ਹੋਏ। ਚਲੋ ਕੋਈ ਤਾਂ ਨਿਕਲਿਆ, ਇੱਕ ਹੀ ਨਿਕਲਿਆ ਨਹੀਂ ਸੰਗਤ ਵਿੱਚੋਂ, ਕੋਈ ਪਾਠ ਤੇ ਕਰਦਾ ਹੈ, ਪਾਠ ਕਰਕੇ ਆਪਣੇ ਮਨ ਨੂੰ ਲਾਂਭ ਤੇ ਪਾਉਂਦਾ ਹੈ, ਮਨ ਨੂੰ ਸੁਚੇਤ ਕਰਦਾ ਹੈ।
ਜਾਂ ਉਹਦੇ ਅੰਦਰ ਡਰ ਹੈ ਗੁਰੂ ਦਾ ਕਿ ਗੁਰੂ ਦੇ ਦੀ ਬਾਣੀ ਦਾ ਅੱਜ ਕੱਲ੍ਹ ਕੀ ਪਾਠ ਹੀ ਕਰ ਲਈਏ, ਸਿਮਰਨ ਨਹੀਂ ਕਰਨਾ ਤੇ ਪਾਠ ਹੀ ਕਰ ਲਈਏ। ਅਜੇ ਕਰਮ ਹੈ, ਜਿਹੜਾ ਕਰਮ ਹੈ ਇਹ ਸੰਸਾਰ ਤੱਕ ਹੈ ਤੇ ਇਹ ਲੁੱਟਿਆ ਜਾਂਦਾ ਹੈ। ਹਜ਼ੂਰ ਆਪ ਲਿਖਦੇ ਨੇ ਬਾਣੀ ਵਿੱਚ, ਕਰਮ ਧਰਮ ਪਖੰਡ ਜੋ ਦੀਸੇ ਤਿੰਨ ਜੰਮ ਜਗਾਤੀ ਲੂਟੇ। ਕਹਿੰਦੇ ਜਿੰਨੇ ਵੀ ਕਰਮ ਕਰਦਾ ਇਹ ਪਖੰਡ ਨੇ। ਦਾਨ ਕਰਨਾ, ਪੁੰਨ ਕਰਨਾ, ਯੱਗ ਕਰਨਾ, ਇਹ ਰਮਾਇਣ ਵੀ ਕਹਿੰਦੀ ਹੈ। ਯੋਗ ਜਗ ਜਪ ਤਪ ਬ੍ਰਤ ਦਾਨਾ, ਕਹਿੰਦੇ ਜਿੰਨੇ ਵੀ ਯੋਗ का योग ਹੈ, ਜਪ ਹੈ, ਤਪ ਹੈ, ਪਰ ਸਿਮਰਨ ਜਿਹੜਾ ਹੈ ਇਹ ਚੀਜ਼ ਹੋ ਅਲੱਗ ਹੈ। ਸਿਮਰਨ ਹੈ ਸਿੱਧੀ ਪ੍ਰਮਾਤਮਾ ਨੂੰ ਆਵਾਜ਼ ਮਾਰਨੀ। ਜਿਹੜਾ ਗੁਰੂ ਸਾਹਿਬ ਨੇ ਸਾਨੂੰ ਗੱਲ ਕੀ ਸਿਮਰਨ ਦੇ ਨਾਲ ਜੋੜਿਆ ਹੈ, ਕਿਉਂ ਸਿਮਰਨ ਜਿਹੜਾ ਹੈ ਸਿੱਧੀ ਪ੍ਰਮਾਤਮਾ ਨੂੰ ਆਵਾਜ਼ ਮਾਰਨੀ ਹੈ। ਸਿਮਰਨ ਜਿਹੜਾ ਇਹ ਕਰਮ ਨਹੀਂ ਹੈ, ਇਹ ਕੀ ਹੈ, ਇਹ ਸਤਿਗੁਰ ਦੀ ਦਿੱਤੀ ਹੋਈ ਦਾਤ ਹੈ। ਕਹਿੰਦੇ ਨੇ ਕੀ ਕਰਨਾ ਚਾਹੀਦਾ ਹੈ, ਰਾਮੇ ਸਿਮਰੀਏ ਗਾਈਏ ਰਾਮੇ। ਕਹਿੰਦੇ ਨੇ ਪਰਮਾਤਮਾ ਦੀ ਬੰਦਗੀ ਕਰਨੀ ਚਾਹੀਦੀ ਹੈ। ਪਰਮਾਤਮਾ ਨੂੰ ਗੱਲ ਕੀ ਚੱਕਣਾ ਚਾਹੀਦਾ ਹੈ, ਪਰਮਾਤਮਾ ਦਾ ਹੀ ਧਿਆਨ ਕਰਨਾ ਚਾਹੀਦਾ ਹੈ। ਹੋਰ ਸੰਸਾਰ ਵਿੱਚ ਕੋਈ ਵੀ ਚੀਜ਼ ਰਹਿਣ ਵਾਲੀ ਨਹੀਂ ਹੈ, ਬਾਕੀ ਸਭ ਚੀਜ਼ਾਂ ਜਾਣ ਵਾਲੀਆਂ ਨੇ। ਇੱਕ ਚੀਜ਼ ਐਸੀ ਹੈ ਜਿਹੜੀ ਸੰਸਾਰ ਵਿੱਚੋਂ ਇਸ ਜੀਵ ਦੇ ਨਾਲ ਜਾਂਦੀ ਹੈ, ਉਹ ਕੀ ਹੈ, ਧਰਮਰਾਜ ਤੋਂ ਜਿਸ ਨੇ ਛਡਾਉਣਾ ਹੈ ਉਹ ਚੀਜ਼ ਇਹ ਹੈ ਸਿਮਰਨ। ਕਿਉਂ ਮਾਰੇ ਲਿਖਦੇ ਨੇ ਬਾਣੀ ਵਿੱਚ ਆਪ ਵੀ, ਬਿਨ ਨਾਮੇ ਕੋ ਸੰਗ ਨਾ ਸਾਥੀ ਹਰ ਮੁਕਤੇ ਨਾਮ ਧਿਆਵਣਿਆ। ਕਹਿੰਦੇ ਨੇ ਬਿਨਾਂ ਨਾਮ ਤੋਂ ਤੇਰਾ ਸੰਗੀ ਕੋਈ ਨਹੀਂ, ਸਾਥੀ ਕੋਈ ਨਹੀਂ, ਤੇ ਕੀ ਹੈ, ਨਾਮ ਹੀ ਤੇਰੇ ਨਾਲ ਜਾਣਾ ਹੈ। ਗੁਰੂ ਦਾ ਵਚਨ ਹੈ ਜਿਹੜਾ ਆਪਾਂ ਪੜ੍ਹਦੇ ਹਾਂ। ਹੁਣ ਭਾਈ ਗੋਪਾਲਾ ਜਿਹੜਾ ਸੀ ਉਹਨੂੰ ਕੀ ਕੀਤਾ, ਬਿਠਾਇਆ ਆਪਣੇ ਲਾਗੇ। ਮਹਾਰਾਜ ਜੀ ਨੇ ਸਾਹਮਣੇ ਬੈਠਾ ਹੈ, ਗੁਰੂ ਮਹਾਰਾਜ ਨੂੰ ਮੱਥਾ ਟੇਕਿਆ ਏ। ਮੱਥਾ ਟੇਕ ਕੇ ਤੇ ਪਾਠ ਜਪਜੀ ਸਾਹਿਬ ਦਾ ਆਰੰਭ ਕਰ ਦਿੱਤਾ। ਕਿੱਥੋਂ ਤੱਕ ਮਨ ਧੋਖਾ ਦਿੰਦਾ ਏ, ਮੈਂ ਮਨ ਦੀ ਗੱਲ ਰੱਖੀ ਅੱਜ। ਮਨ ਕਿੱਥੋਂ ਤੱਕ ਸਾਨੂੰ ਗੱਲ ਕੀ ਇਹ ਧੋਖਾ ਦੇ ਕੇ ਮਾਰਦਾ ਏ। ਜਿਸ ਵੇਲੇ ਪਾਠ ਕਰਨਾ ਸ਼ੁਰੂ ਕਰ ਦਿੱਤਾ, ਪਾਠ ਕਰਨ ਤੋਂ ਪਹਿਲਾਂ ਭਾਈ ਗੋਪਾਲ ਦਾਸ ਜਿਹੜਾ ਸੀ ਨਾ, ਮਨ ਵਿੱਚ ਵਿਚਾਰ ਕਰਦਾ, ਸਤਿਗੁਰ ਨੇ ਮੇਰੇ ਤੇ ਦਇਆ ਕਰ ਦਿੱਤੀ ਹੈ, ਸਤਿਗੁਰ ਦਾ ਮੈਂ ਸ਼ੁਕਰਗੁਜ਼ਾਰ ਹਾਂ। ਕਹਿੰਦੇ ਮੇਰੇ ਵਰਗਾ ਗਰੀਬ ਬੰਦਾ, ਮੇਰੇ ਵਰਗਾ ਅਨਪੜ੍ਹ ਬੰਦਾ, ਮੇਰੇ ਵਰਗਾ ਜਾਹਲ ਬੰਦਾ, ਜਿਹਦੀ ਬੇਨਤੀ ਮਹਾਰਾਜ ਨੇ ਪ੍ਰਵਾਨ ਕਰ ਲਈ ਹੈ। ਮਨ 'ਚ ਵਿਚਾਰ ਕਰਕੇ ਤੇ ਪਾਠ ਸ਼ੁਰੂ ਕਰਦਾ, ਪਹਿਲਾਂ ਵਿਚਾਰ ਕਰਦਾ ਹੈ, तेरे जे मालिका मेरे जेहा दीन कोई ना, तेरे जेहा ना दे मेरे जेहा दीन कोई ना, तेरे जेहा मालिका मेरे जेहा दीन कोई ना, तेरे जेहा मालिका मेरे जेहा दीन कोई ना, तेरे जेहा ना दयाल मेरे मालिका मेरे जेहा दीन कोई ना, तेरे जेहा ना दयाल मेरे मालिका मेरे जेहा दीन कोई ना, दीन कोई ना, मेरे जेहा दीन कोई ना, जेहा दीन कोई ना, प्यारे जी ये मेरे जेहा दीन कोई ना, मेरे जेहा दीन कोई ना, प्यारे जी के मेरे जेहा दीन कोई ना, मेरे जेहा दीन कोई ना, दाता जी ये मेरे जेहा दीन कोई ना, मेरे जेहा दीन कोई ना, दाता मेरे जेहा दीन कोई ना, तेरे जेहा
जिहा दीन कोई ना। मेरे जिहा तेरे मेरे मालका मेरे जिहा दीन कोई ना। हम रुलते फिरते कोई बात ना पूछता, सतगुर संग कीड़े हम थापे। सतगुर की संगत की, सतगुर के संग आ गए, सतगुर की रजा विच आ गए, तो की होया सानू भी जानन लग पे। कबीर साहब ने कहा सी, कबीरा किसी थां के थे नहीं, कहते असी कि थां थत्थे जोगे नहीं सी, कहते किसी थां थत्थे जोगे नहीं सी, कि किसी थां के थे नहीं, ना कोई छूता छाओ, कहते साडे ते परछावां भी कुछ नहीं लंघदा। कहते ने ये जात का जुलाहा है, उसले जाति पाति का ही ओर सी। कहते ने सतगुरु रामानंद जी बारे इशारा करके कहते कृपा भाई सतगुर की पूजन लागे पाऊँ। सतगुर ने ऐसी कृपा की है, सतगुर ने ऐसी मेहर की साडे उत्ते, सानू नाम की दात बख्शी, नाम की दात नूं पकड़ लिया, असी नाम जपिया, तो फिर की है अज वो समय लोग साडे पैरों च आके डिगदे फिरदे ने। ये सतगुर की दयालता है, जीव के हथ में कुछ नहीं है। इन्नी गल करके कहते सतगुर ने मेहर की है, इस अनजान नूं आग्या कर दी है। पाठ शुरू हो गया है, जपजी साहब का पाठ करता पिया, नेत्र मुंदे हुए ने, जे खोलते हैं तो सतगुर के सामने दीदारे हो रहे हैं, तो अंदरों दिल डरता है, सच्चा पातशाह किते मैनू कई बारी हुंदा है पाठ जवानी सारा आंदा तो करदा करदा भुल भी जाता है, फिर मन नूं दलेरी दे के अंदर ही सतगुर नाल जोड़ता है, नाले डरदा है कि सतगुर दे नाल जोड़ता है। कहते ने सतगुर ने मेरी पैज रखनी है, ये सतगुर ने सानू बिठा दिता है, तो राखा भी उही है। रखी दाता जी अपने दी, रखी दाता जी पैज नाम अपने दी, रखी दाता जी अपने दी, रखी दाता जी रखी दाता जी पैज नाम अपने दी, रखी दाता जी पैज नाम अपने दी, रखी दाता जी अपने दी, नाम नाम अपने दी, नाम नाम अपने दी, दाता जी पैज नाम अपने दी, रखी दाता जी पैज दी, अपने दी, सच्चा पातशाह तू नाम की दात मेरे हृदय रखी है, तू मेरा है तो मैं तेरा है, हुण लाज तू रखनी है मेरी। पाठ करता जा रहा है, हमेशा वास्ते आप कई बार की करते हैं, किसी ने पूछया बहुत देर की गल है, कोई 20-22 साल हो गए ने, मैं क्या की करदा उन्होंने, पिंडू बंदा सी, कहंदा बस सिर्फ की है कि पाठ कर लीदा। मैं काहदा पाठ करना है, कहंदे ने कि पाठ मैं करदा है जपजी साहब मारी दा। कहंदे ने फिर मैं क्या कि किन्ना चिर बह के करदा है, कहंदा ये नहीं पता जदों इशनान करन लगदा है, ट्यूबवैल चलदा हुंदा है, तो मैं पाठ करना शुरू कर दा तो कपड़े लाने शुरू कर देना है, तो जदों मैं पाठ करदियां करदियां गल की इशनान करना है, पर मैनूं पता नहीं लगता, जो भोग पैन लगता ना पवन गुरु पानी पिता इत्थे आउंदा पाठ, कहंदे फिर पता लगता कि पाठ हो गया है। मेरा हासा निकल गया,
मैं क्या बहुत वधिया काम कर रहे पिया। मैं क्या वो पाठ कादा जो विचों मन ही तेरा तेन कढ़ के लै गया लांभे। मन दे नाल ते गल्लां करनियां ने। गुरु गुरु रामदास महाराज जी की कहंदे ने, तुसीं रहरास दा पाठ करदे हो। गुरु रामदास जी विच वचन है, तू करता सचियार मैंडा साईं, तू किनू कहा जाता है। मैं क्या सामने बहा के मालक नूं ते फिर गल करनी, एदा नाम पाठ है। जिवें गुरु अर्जन देव जी ने अगों लिखिया, तू मेरा पिता तू है मेरा माता, तू मेरा बंधप तू मेरा भराता, तू मेरा राखा सबनी थाई, तां भो केहा काड़ा जियो, तू किनू क्या है। जिवें असीं कह देने तू कित्थों आया है, सामने संबोधन करके उंगल दे नाल, भाई कित्थों आया है। ये पाठ है। जे पाठ इदां दा होवे ते प्यारी साध संगत असीं तर जाइए। असीं पाठ ते की है, गुरु नाल गल्लां करनियां ने। पाठ ते वो है गुरु नाल गल्लां करनियां, गुरु दे वचन नूं अपने हिरदे टिकाउणा है। गुरु साहब ऐ समझा रहे ने, ऐ तेरे हिरदे रखने ने। ये तो नहीं गुरु साहब कहता तू किन्ना क पाठी है। प्यारी साध संगत, एक होर गल याद आई। इंग्लैंड की धरती ब्रमिंघम में चले गए। रात को गड्डी खिलियारी, कहते एक बंदे नूं मिलना है। इत्थे प्रोफैसर सी, कहता ही कि वो कहता कि तुहानूं किस ने मिलना है। वो तो घर चल गया, तो वह बंदा बाहरों आण के ते उन्हें गड्डी दे लागे आण के मेरे को खलो गया। तो खलो के ते की कीता कि सड़क उत्ते बैठ गया। सड़क ते ही बैठ के तो मैनूं पता की कहंदा है, कहंदा है कि मैं पाठ जिहड़े ने मैं 100 तो वध कर लिया है। मैं क्या काहदा पाठ करना, कहंदा जाप साहब दा। तो मैं क्या फिर बड़ी चंगी गल हैगी है, बहुत वधिया काम है। कहंदा इहनूं मोख दियां मैं इहनूं मोख दियां हुण। मैं क्या कि उम्र सी उहदी कोई 30 साल दी। मैं क्या तेनूं गल की जन्म लिया किन्ना चिर होया है। वो कहंदा 27-28 साल हो गए ने। मैं क्या 27-28 साल उम्र लैके तू रोटी दिहाड़ी भी 3 वारी खाना है, तो कभी मन च विचार आया कि हुण रोटी खानी बंद कर दईए। देह की खुराक है। प्यारी साध संगत, वो पाठ तो साडी गल की आत्मा की खुराक है। ये तो मन नूं दबाउण वास्ते है, ये मन नूं गल सुधारन वास्ते है, मन नूं शिक्षा देण वास्ते है, मन नूं परमात्मा नाल जोड़न वास्ते है। मैं क्या कभी विचार किया भी हुण रोटी खानी बंद कर दईए। हस पिया। मैं क्या मैं नहीं ये इजाजत दिंदा कभी भी। मैं नहीं कहता मोख दिओ। मैं क्या जिदन जदों सरीर चों सवास निकलने ने उदन अपने आप ही मोखे जाने ने सारे। देखो विचार आउंदी है कि रब की बंदगी छड्ड दईए, असीं गुरु का ध्यान छड्ड दईए, गुरु नाल गल्लां करनियां छड्ड दईए, इहनूं कहंदे मोख दईए। साडे पल्ले की रह गया। वो मेरा कहन तो भाव यह है, मैं हिंट तां देण दिया इदां दे कहण दा मेरा भाव यह है कि असीं की करदे हां, असीं कहने असीं बड़ा कर लिया, थक गए हैं असीं हुण। असीं कहने असीं थक गए हैं असीं हुण। भई थकना तो उदों है, कदों जदों जदों साडे शरीर चों सवास निकलने ने। जिन्ना चिर साडी सुरती चरना कमलों नाल जुड़ी है। गुरु तेग बहादुर महाराज कहते चित चरण कमल संग जोड़िए। चित जिहड़ा है अपने चरना कमलों के नाल सतगुर के चरना कमलों नाल जोड़ देवो। जिन्ना चिर सतगुर के चरना कमल नाल जुड़िया जाएगा उन्ना चिर तरेगा। जदों सतगुर तो टुट गया फिर डुबना है इसने। पर भागां वालियां ने रूहां किहड़ियां? जिन्हां ने चरण कमल चित लाया ओ तर गईयां रूहां ने। जिन्हां ने चरण कमल चित लाया ओ तर गईयां रूहां ने। जिन्हां ने चरण कमल चित लाया ओ तर गईयां रूहां ने। जिन्हां ने आया ओ तर गईयां रूहां ने। जिन्हां ने चरण कमल चित लाया ओ तर गईयां रूहां ने।
ਜਿਨ੍ਹਾਂ ਨੇ ਚਰਨ ਕਮਲ ਚਿਤ ਲਾਇਆ ਉਹ ਤਰ ਗਈਆਂ ਰੂਹਾਂ ਨੇ। ਜਿਨ੍ਹਾਂ ਨੇ ਆਇਆ ਨੇ, ਜਿਨ੍ਹਾਂ ਨੇ ਆਇਆ ਉਹ ਤਰ ਗਈਆਂ ਰੂਹਾਂ ਨੇ। 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 ਜਿਨ੍ਹਾਂ ਨੇ ਚਰਨ ਕਮਲ ਚਿਤ ਲਾਇਆ ਨੇ, ਜਿਨ੍ਹਾਂ ਨੇ ਚਰਨ ਕਮਲ ਚਿਤ ਲਾਇਆ ਉਹ ਤਰ ਗਈਆਂ ਰੂਹਾਂ ਨੇ। ਜਿਨ੍ਹਾਂ ਨੇ ਆਇਆ ਉਹ ਤਰ ਗਈਆਂ ਆਇਆ ਉਹ ਤਰ ਚਿਤ ਚਰਨ ਕਮਲ ਸੰਗ ਜੋੜੀਏ। ਸਤਿਗੁਰ ਦੇ ਚਰਨਾਂ ਦੇ ਨਾਲ, ਚਰਨਾਂ ਕਮਲਾਂ ਦੇ ਨਾਲ ਚਿੱਤ ਨੂੰ ਜੋੜਿਆ ਏ। ਪਾਠ ਕਰਦਾ ਜਾ ਰਿਹਾ ਹੈ। ਪਾਠ ਜਿਉਂ-ਜਿਉਂ ਕਰਦਾ ਹੈ ਗੁਰੂ ਸਾਹਿਬ ਬੜੇ ਖੁਸ਼ ਹੋ ਰਹੇ ਨੇ। ਸਾਰੀ ਸੰਗਤ ਪਾਠ ਸੁਣਦੀ ਪਈ ਹੈ, ਗੁਰੂ ਸਾਹਿਬ ਸੁਣਦੇ ਪਏ ਨੇ, ਸੁਣ ਕੇ ਬੜੇ ਖੁਸ਼ ਹੁੰਦੇ ਨੇ। ਤੇ ਨਾਲ ਹੀ ਕੀ ਕਰਦੇ ਨੇ, ਮਨ ਕਿੱਥੇ ਚਲ ਗਿਆ ਗੁਰੂ ਸਾਹਿਬਾਂ ਦਾ? ਹੌਲੀ ਹੌਲੀ ਆਪਣੇ ਆਸਣ ਤੋਂ ਉਹ ਖਿਸਕਦੇ ਜਾ ਰਹੇ ਨੇ, ਆਸਣ ਖਾਲੀ ਕਰੀ ਜਾ ਰਹੇ ਨੇ। ਜਦੋਂ ਕੰਢੇ ਤੇ ਆ ਗਏ ਉਸ ਵੇਲੇ ਪਾਠ ਵੀ ਜਿਹੜਾ ਸੀ ਨਾ ਉਹ ਖਤਮ ਹੋਣ ਵਾਲਾ ਹੋ ਗਿਆ। ਤੋ ਪਾਠ ਖਤਮ ਹੋਣ ਵਾਲਾ ਹੋ ਗਿਆ। 38 ਪੌੜੀਆਂ ਦਾ ਪਾਠ ਹੈ। 38ਵੀਂ ਪੌੜੀ ਦੀ ਐਂਡ ਵਿੱਚ ਚਲੇ ਗਏ ਤੇ ਉਸ ਵੇਲੇ ਕੀ ਕੀਤਾ, ਭਾਈ ਗੋਪਾਲ ਦਾਸ ਜਿਹੜਾ ਸੀ ਉਹ ਪਾਠ ਕਰਦਾ ਪਿਆ ਹੈ ਤੇ ਮਨ 'ਚ ਵਿਚਾਰ ਆ ਗਿਆ, ਹੁਣ ਤੇ ਗੱਲ ਕੀ, ਹੁਣ ਪਵਨ ਗੁਰੂ ਪਾਣੀ ਪਿਤਾ ਹੀ ਰਹਿ ਗਿਆ। ਇਹ ਮਨ ਅੱਗੇ ਐਡਵਾਂਸ ਚਲਾ ਗਿਆ। ਸਾਡੇ ਅੰਦਰ ਮੈਂ ਕਈ ਵਾਰੀ ਕਹਿੰਦਾ, ਚੋਰ ਲੋਕੋ ਜੀ ਪਾਪੀ ਮਨ ਵਿੱਚ ਵਸਦਾ। ਚੋਰ ਸੰਨ ਲਾਉਣ ਲੱਗਾ ਏ, ਭਾਈ ਗੋਪਾਲੇ ਨੂੰ ਚੋਰ ਸੰਨ ਲਾਉਣ ਡੇ। ਕੀ ਕਹਿੰਦਾ ਹੈ? ਕਹਿੰਦਾ ਪਾਠ, ਕਹਿੰਦੇ ਗੁਰੂ ਮਹਾਰਾਜ ਦਾ ਮੈਂ ਚਿਹਰਾ ਵੇਖਿਆ ਹੈ, ਉਹ ਬੜਾ ਖੁਸ਼ ਹੈ ਵੀ ਪਾਠ ਸਹੀ ਹੈ। ਭਾਈ ਗੋਪਾਲਾ ਆਪਣੇ ਮਨ ਵੀ ਸੋਚਦਾ ਹੈ ਤੇ ਮਨ ਨੂੰ ਤੁਖਣੀ ਦੇਣ ਡਿਆ ਹੈ। ਕਹਿੰਦੇ ਨੇ ਕਿ ਇਸ ਤਰ੍ਹਾਂ ਹੈ, ਮਹਾਰਾਜ ਨੇ ਖੁਸ਼ ਹੋ ਕੇ ਕਹਿਣਾ ਹੈ, ਉਹ ਗੋਪਾਲਿਆ ਮੰਗ ਜੋ ਮੰਗਣਾ ਹੀ। ਤੇ ਉਸ ਵੇਲੇ ਤੂੰ ਮੰਗੇਗਾ ਕੀ? ਗੋਪਾਲਾ ਆਪਣੇ ਆਪ ਕੀ ਹੁਣ ਕੀ ਕਰਦਾ, ਵਿਚਾਰ ਵਟਾਂਦਰਾ ਕਰਦਾ, ਮਨ ਧੋਖਾ ਦੇਣ ਡਿਆ ਨੂੰ। ਕਹਿੰਦੇ ਕੀ ਮੰਗੇਗਾ? ਤੇ ਮਨ 'ਚ ਵਿਚਾਰ ਆਇਆ, ਮਨ 'ਚ ਵਿਚਾਰ ਇਹੋ ਹੀ ਆ ਗਿਆ ਵੀ ਗੁਰੂ ਸਾਹਿਬਾਂ ਦੇ ਦਰਬਾਰ ਵਿੱਚ। ਮਨ ਕਿੱਥੇ ਲੈ ਗਿਆ? ਗੁਰੂ ਸਾਹਿਬਾਂ ਦੇ ਤਬੇਲੇ 'ਚ ਲੈ ਗਿਆ। ਜਿਸਲੇ ਤਬੇਲੇ 'ਚ ਲੈ ਗਿਆ, ਤਬੇਲੇ ਵਿੱਚ 2 ਘੋੜੇ ਵਧੀਆ ਸਨ। ਤੇ ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਬੇਨਤੀ ਕਰੂੰਗਾ। ਜਦੋਂ ਉਹਨੇ ਕਿਹਾ ਮੰਗਣਾ ਕੀ ਮੰਗ, ਮੈਂ ਕਹਾਂਗਾ ਸੱਚੇ ਪਾਤਸ਼ਾਹ ਮੈਨੂੰ ਇੱਕ ਘੋੜਾ ਦੇ ਦਿਓ ਵਧੀਆ, ਜਿਹੜਾ ਉਹ 2 ਘੋੜੇ 'ਚ ਇੱਕ ਘੋੜਾ ਮੈਨੂੰ ਦੇ ਦਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜ਼ਮਾਨੇ 'ਚ ਲੜਾਈਆਂ ਹੋਈਆਂ ਨੇ, ਮੁਗਲਾਂ ਦੇ ਨਾਲ ਅਤਿਆਚਾਰ ਕੀਤੇ ਉਹਨਾਂ ਨੇ। ਤੇ ਪਰ ਉਹਨਾਂ ਨੇ ਇਸ ਕਰਕੇ ਗੱਲ ਕੀ, ਇੱਕ ਫੌਜ ਤਿਆਰ ਕੀਤੀ ਹੋਈ ਸੀ। ਫੌਜ ਤਿਆਰ ਕੀਤੀ ਹੋਈ ਸੀ ਇਹ ਕਿ ਜੇ ਜ਼ੁਲਮ ਨਾਲ ਟੱਕਰ ਲੈਣ ਵਾਸਤੇ। ਔਰ ਘੋੜਿਆਂ ਦੀ ਮੰਗ ਰੱਖਦੇ ਸਨ, ਉਹ ਖੁਸ਼ ਹੁੰਦੇ ਸਨ। ਚੰਗੇ ਚੰਗੇ ਘੋੜੇ ਪਾਲਣੇ, ਚੰਗੇ ਚੰਗੇ ਜਵਾਨ ਕੋ ਰੱਖਣੇ। ਫਿਰ ਉਹਨਾਂ ਦੇ ਵਿੱਚ ਕੀ ਸੀ, ਬਲ ਭਰਿਆ ਉਹਨਾਂ ਨੇ ਪਾਠ ਦਾ ਬਲ ਭਰਿਆ, ਉਹਨਾਂ ਨੇ ਸਿਮਰਨ ਦਾ ਬਲ ਭਰਿਆ, ਉਹਨਾਂ ਵਿੱਚ ਸੇਵਾ ਦਾ ਬਲ ਭਰਿਆ। ਤੇ ਉਹਨਾਂ ਨੂੰ ਹਰ ਬਰ ਤਿਆਰ ਰਹਿਣ ਦੀ ਹਦਾਇਤ ਦਿੱਤੀ ਹੋਈ ਸੀ। ਹਰ ਕੋਈ ਅੰਮ੍ਰਿਤ ਵੇਲੇ ਉੱਠਦਾ ਸੀ, ਅੰਮ੍ਰਿਤ ਵੇਲੇ ਉੱਠ ਕੇ ਤੇ ਆਪਣੇ ਨਿਤਨੇਮ ਕਰਦਾ ਸੀ। ਗੁਰੂ ਦਾ ਭੈ ਸੀ। ਜਿਸ ਵੇਲੇ ਉਹਦੇ ਮਨ 'ਚ ਵਿਚਾਰ ਆ ਗਿਆ ਕਿ ਗੁਰੂ ਸਾਹਿਬ ਮੈਨੂੰ ਘੋੜਾ ਦੇ ਦੇਣ ਇੱਕ, ਬਸ ਉਹ ਹੀ ਠੀਕ ਹੈ। ਗੁਰੂ ਮਹਾਰਾਜ ਫਿਰ ਆਪਣੇ ਆਸਣ 'ਤੇ ਟਿਕ ਕੇ ਬੈਠ ਗਏ, ਆਪਣੇ ਆਸਣ 'ਤੇ ਬੈਠ ਗਏ। ਪਿਆਰੀ ਸਾਧ ਸੰਗਤ, ਮਾਇਆ ਬੰਦੇ ਨੂੰ ਦੂਰ ਲੈ ਜਾਂਦੀ ਹੈ। ਉਹ ਮਾਇਆ ਕੋਲੋਂ ਤੇ ਕਬੀਰ ਸਾਹਿਬ ਨੇ ਲਿਖਿਆ ਹੈ, ਚਲਤੀ ਚੱਕੀ ਦੇਖ ਕਰ ਦਿਆ ਕਬੀਰਾ ਰੋਏ। ਕਬੀਰ ਸਾਹਿਬ ਦਾ ਰੋਣ ਵੀ ਕੱਢ ਦਿੱਤਾ। ਇੱਕ ਇੰਨੇ ਬ੍ਰਹਮ ਗਿਆਨੀ, ਕਬੀਰ ਸਾਹਿਬ ਇੰਨੇ ਬ੍ਰਹਮ ਗਿਆਨੀ, ਅਨਾਮੀ ਦੇਸ਼ ਦੇ ਵਾਸੀ, ਤੇ
कबीर साहब जिहड़े ने ताना तणदे पे ने, ताना तणदे पे ने। तणदियां तणदियां की होया कि एक माता आई, गुआंढण आई, ते माता लोई नूं पुछया कि मैनूं चक्की चाहिदी है। उन्हें इशारा किया, वो बाहर पई हुई है। उन्हें किया कि उन्हें शिक्कू च दाने को चुके सन, वो की सी बाजरा, वो बाजरा चुक्या आया सी। उन्हें जाके चक्की नूं साफ करके ते बाजरा च ना उह च पाउणा शुरू कर दिता। ते कबीर साहब जिहड़े सन ताना तणदे पे सन, वो वेखदे पे ने, नाले वो माता वाल वेखदे ने, चक्की वाली वल ये की करदी पई है, नाले अपना काम करदे ने। हुण वो की करदी है, उन्होंने भुख लगी हुई सी, नाले ते वो फक्का एक मूँह च मार लैंदी है बाजरे का, ते नाले गल की उन्होंने चब्बी जाती है, ते नाले चक्की फेरी जाती है, आटा कड्ढी जाती है। वो ज्यों ज्यों चक्की फेरदी है, गाला पाउंदी है, आटा पिस पिस के बाहर आई जाता है। आटा पिस पिस के बाहर आउंदा है। उत्थे कबीर साहब जिहड़े ने उन्होंने तक्या भी तो दाना कोई नहीं बाहर आ रहा, ये तो आटा ही आ रहा है, सारे पिसदे जा रहे हैं। वो रूहानीयत के मालक सन, जिहड़े रूहानीयत के कवि हुंदे ने। एक कवि संसार में मैं वेखदा पिया, ये दुनिया का नज़ारा खिंचते हैं, पर की है कि कबीर साहब जिहड़े सन वो आत्मिक नज़ारे नूं गल की अगे लिया के सिमरन नाल जोड़ते हैं जीव नूं। वो ऐसे कवि सन। उन्होंने लिखिया, अपनी कलम लैके लिखिया, चलती चक्की देकर दिया कबीरा रोए, दो पाटन के बीच में साबत रहा ना कोई। कहते दोनों पुड़ों के थले, एक थले माया का पुड़ है, उत्ते काल का पुड़ है। जिहड़ा माया का पुड़ स्थिर है, रहन वाला है संसार च। माया संसार च नहीं जानी, जे चल जाएगी तो ये मायावी देश जिहड़ा है ये खत्म हो जाएगा। पर थले उत्ते की है, जी चक्की घूमती है, एक पुड़ च घूमता है, उन्होंने कहते हैं वो काल का पुड़ है। काल कहते समा तुरया जा रहा है। हुण ज्यों ज्यों उतला पुड़ चलता है, त्यों त्यों दाने पिस पिस के आटा बाहर आई जाता है। तो कबीर साहब ने विचार की कि असी नहीं बचांगे, संसार च कोई भी आया बचेगा नहीं, ये माया ते काल दे विच पै के सारे ही पिस जाणगे। इन्नी गल कीती, समा ऐसा आया, वो माता पीसी की दाने दाने पीसे गए, बदल उत्तों होया सी, किणमिण भी शुरू हो गई। उन्हें किया फटाफट की किया, वो आटा जड़ा सी छिक्कू च पा के ते उन्हें चक्की नूं साफ किया। जदों पुड़ चुकिया तां पुड़ चुकिया तो कबीर साहब वेखदे पे नहीं, पुड़ चुकिया तो कोई दाने सबूते नज़र आए। तो कबीर साहब के मन च ख्याल आया भई दाने क्यों नहीं पीसे गए, ये भी तो पुड़ां दे विच सन। हुण वो जिहड़े किली दे एक किली हुंदी है हेठले पुड़ विच लाई हुंदी, वो उतले गल की पुड़ नूं स्थिर रखदी हैगी है, बराबर चले। तो कबीर साहब ने विचार की, ये जिहड़ा किली है, किली दे आले दुआले पुड़ दा असर नहीं होया, इस करके दाने सबूते ने, ये बच सकदा है बंदा संसार विचों। उत्थे कबीर साहब ने फिर की कीता, इस नज़ारे नूं वेख के उन्हें फिर कलम चुकी ते की लिखिया, कहते ने कि खड़ी चक्की दे कर दिया कबीरा खिल, सोई दाना बच गया जो रहा किली से मिल। कहते ने कि जिहड़ा जिन्हें किली का संग किया है वो बच गया है, जिहड़ा किली तो बाहर होया है वो पिसिया गया। तो किली की है संसार विच, कहते ने किला है सतगुरु, जिन्हें सतगुरु के चरणों का सहारा बख्शिया, जिन्हें सतगुरु के चरणों का सहारा मंगया, जिन्हें सतगुरु अपना अपने पास गल की सदा वास्ते रखिया, प्यारी साध संगत वो बच जाएगा। क्यों? आम करके महाराज जी कहते हैं, जिन्हां ने आयो तर गईया रूहां ने, जिन्हां ने चरण कमल चित लाया उतर गईया रूहां ने, जिन्हां ने चरण कमल चित लाया उतर गईया रूहां ने, जिन्हां ने आया उतर गईया ने चरण कमल चित लाया रूहां ने,
ਜਿਨ੍ਹਾਂ ਨੇ ਚਰਨ ਕਮਲ ਚਿਤ ਲਾਇਆ ਓ ਤਰ ਗਈਆਂ ਰੂਹਾਂ ਨੇ ਜਿਨ੍ਹਾਂ ਨੇ ਆਇਆ ਰੂਹਾਂ ਨੇ ਜਿਨ੍ਹਾਂ ਨੇ ਆਇਆ ਉਹ ਤਰ ਗਈਆਂ ਰੂਹਾਂ ਨੇ 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 ਉਹ ਤਰ ਰੂਹਾਂ ਨੇ ਜਿਨ੍ਹਾਂ ਨੇ ਚਰਨ ਕਮਲ ਚਿਤ ਲਾਇਆ ਓ ਤਰ ਗਈਆਂ ਰੂਹਾਂ ਚਰਨ ਕਮਲ ਚਿਤ ਲਾਇਆ ਓ ਤਰ ਗਈਆਂ ਰੂਹਾਂ ਨੇ ਜਿਨ੍ਹਾਂ ਨੇ ਆਇਆ ਉਹ ਤਰ ਜਿਨ੍ਹਾਂ ਲਾਇਆ ਉਹ ਤਰ ਗਈ ਪਿਆਰੀ ਸਾਧ ਸੰਗਤ ਕਬੀਰ ਸਾਹਿਬ ਕਹਿੰਦੇ ਨੇ ਜਿਹੜੇ ਕਿੱਲੀ ਨਾਲ ਜੁੜੇ ਰਹੇ ਨੇ ਜਿਹੜੇ ਸਤਿਗੁਰੂ ਰੂਪੀ ਕਿੱਲੇ ਦੇ ਨਾਲ ਜੁੜੇ ਨੇ ਉਹ ਬਚੇ ਰਹਿਣਗੇ ਉਹਨਾਂ ਨੂੰ ਕਾਲ ਨਹੀਂ ਕਹੇਗਾ ਕੁਛ ਉਹ ਕਾਲ ਤੋਂ ਬਚ ਜਾਣਗੇ ਹੁਣ ਅਜੇ ਗੱਲ ਮੁੱਕੀ ਨਹੀਂ ਉਸ ਵਿਚਾਰੀ ਮਾਤਾ ਨੇ ਕੀ ਕੀਤਾ ਉਹਨੇ ਕਿਹਾ ਕਣੀਆਂ ਨਿੱਕੀ ਨਿੱਕੀਆਂ ਪੈ ਰਹੀਆਂ ਮੈਂ ਛੇਤੀ ਨਿਕਲ ਜਾਵਾਂ ਤਿਲਕਣ ਹੋ ਗਈ ਸੀ ਉਹਨੇ ਛੁੱਕੂ 'ਚ ਆਟਾ ਪਾ ਕੇ ਚੱਕੀ ਨੂੰ ਢੱਕ ਕੇ ਤੇ ਆਪ ਤੁਰ ਪਈ ਆਪਣੇ ਘਰ ਵੱਲ ਨੂੰ ਬਾਹਰ ਨਿਕਲੀ ਹੈ ਛੋਟੀਆਂ ਛੋਟੀਆਂ ਦੀਵਾਰਾਂ ਸਨ ਕਬੀਰ ਸਾਹਿਬ ਦੇਖਦੀ ਪਈ ਹੈ ਅੱਗੇ ਨਾਲਾ ਸੀ ਇੱਕ ਤਿਲਕਣ ਹੋ ਗਈ ਸੀ ਚਿੱਕੜ ਜਿਹਾ ਆਇਆ ਸੀ ਮੀਂਹ ਪੈਂਦਾ ਸੀ ਤੇ ਗੱਲ ਕੀ ਕੀਤਾ ਜੇ ਲੱਗੀ ਟੱਪਣ ਨਾਲਾ ਉਹ ਨਾਲਾ ਟੱਪਣ ਲੱਗੀ ਤੇ ਉਹ ਤਿਲ ਕੇ ਜਾ ਪਈ ਸ਼ੁਕੂ ਜਿਹੜਾ ਸੀ ਉਹ ਉਲਟ ਕੇ ਕੀ ਕੀਤਾ ਸਾਰਾ ਹੀ ਗਾਰੇ 'ਚ ਪੈ ਗਿਆ ਨਾਲੇ 'ਚ ਪੈ ਗਿਆ ਕੁਝ ਬਾਹਰ ਖਿੰਦਰ ਗਿਆ ਚਿੱਕੜ ਵਿੱਚ ਖਰਾਬ ਹੋ ਗਿਆ ਤੇ ਕਬੀਰ ਸਾਹਿਬ ਆਪ ਗਏ ਉਠਾਇਆ ਮਾਤਾ ਨੂੰ ਤੇ ਕਬੀਰ ਸਾਹਿਬ ਵੇਖ ਕੇ ਤੇ ਉੱਥੇ ਪਤਾ ਕੀ ਲਿਖਦੇ ਨੇ ਉੱਥੇ ਕਹਿੰਦੇ ਕੀਚੜ ਆਟਾ ਗਿਰ ਪੜਿਓ ਕਛੂ ਨਾ ਆਇਓ ਹੱਥ ਕਹਿੰਦੇ ਚਿੱਕੜ ਵਿੱਚ ਆਟਾ ਸਾਰਾ ਗੱਲ ਕੀ ਗਿਰ ਗਿਆ ਜਿੰਨਾ ਪੀਸਿਆ ਸੀ ਹੱਥ ਕੁਛ ਵੀ ਨਹੀਂ ਲੱਗਾ ਕੀਚੜੇ ਆਟਾ ਗਿਰ ਪੜਿਓ ਕਛੂ ਨਾ ਆਇਓ ਹੱਥ ਕਹਿੰਦੇ ਪੀਸ ਚਾਬਿਆ ਸੋਈ ਨਿਭਿਆ ਹੁਣ ਕਿੱਥੇ ਗੱਲ ਆਉਂਦੀ ਹੈ ਧਿਆਨ ਦਿਓ ਤੁਸੀਂ ਅਸੀਂ ਕਹਿੰਦੇ ਹਾਂ ਪੈਸਾ ਕੋਲ ਹੋਵੇ ਸੇਵਾ ਕਰੀਏ ਅਸੀਂ ਕਹਿੰਦੇ ਪੈਸਾ ਕੋਲ ਹੋਵੇ ਸ਼ੁਭ ਕਰਮ ਕਰੀਏ ਅਸੀਂ ਕਹਿੰਦੇ ਪੈਸਾ ਕੋਲ ਹੋਵੇ ਕੋਈ ਦਾਨ ਕਰੀਏ ਪਿਆਰੀ ਸਾਧ ਸੰਗਤ ਪੈਸਾ ਇਕੱਠਾ ਤੇਰੇ ਕੋਲ ਹੋਣਾ ਹੀ ਨਹੀਂ ਪੀਸ ਚਾਬਿਆ ਜਿਹੜਾ ਆਪ ਖਾ ਰਹੇ ਹੋ ਉਹਦੇ ਵਿੱਚੋਂ ਕੁਛ ਗੱਲ ਕੀ ਤੁਸੀਂ ਗੱਲ ਕੀ ਉਹਦੇ ਨਾਲ ਹੀ ਅਸੀਂ ਗੱਲ ਕੀ ਦਾਨ ਪੁੰਨ ਕਰੀ ਜਾਈਏ ਜਾਂ ਆਪਣਾ ਕੋਈ ਪੁਰਸ਼ਾਰਥ ਬਣਾ ਲਈਏ ਤੇ ਕਹਿੰਦੇ ਨੇ ਉਹੀ ਸਾਡੇ ਸਾਥ ਜਾਏਗਾ ਬਾਕੀ ਕੁਛ ਵੀ ਨਾਲ ਨਹੀਂ ਜਾਣਾ ਅਸੀਂ ਕਹਿੰਦੇ ਬਣਾ ਲਈਏ ਕੁਛ ਅਸੀਂ ਕਹਿੰਦੇ ਕੁਛ ਬਣਾ ਲਈਏ ਨਹੀਂ ਪਿਆਰੀ ਸਾਧ ਸੰਗਤ ਇਹਦਾ ਬਣਨਾ ਕਦੋਂ ਹੈ ਇਹਦਾ ਬਣਨਾ ਕਦੋਂ ਹੈ ਇਹਦਾ ਬਣਨਾ ਨਾਲੋਂ ਨਾਲ ਹੀ ਹੈ ਕਿਉਂ ਕੀ ਕਾਰਨ ਵੈਸੇ ਤਾਂ ਜਿੰਨੇ ਭਗਤ ਹੋਏ ਨੇ ਵਿਚਾਰੇ ਗਰੀਬ ਹੋਏ ਨੇ ਗਰੀਬੀ ਰੱਜ ਕੇ ਆਈ ਉਹਨਾਂ 'ਤੇ ਹੁਣ ਤੁਸੀਂ ਵਿਚਾਰ ਕਰੋ ਕਈ ਮੂਰਖ ਪਤਾ ਕੀ ਕਹਿੰਦੇ ਨੇ ਕਹਿੰਦੇ ਸੁਦਾਮੇ ਨੇ ਭਗਤੀ ਕੀਤੀ ਕ੍ਰਿਸ਼ਨ ਦੀ ਕੀ ਮਿਲਿਆ ਉਹਨੂੰ ਉਹਦੀ ਜ਼ਿੰਦਗੀ ਕਿੱਦਾਂ ਦੀ ਸੀ ਅਣਜਾਣੇ ਭੁੱਖੇ ਸੌਂਦੇ ਸਨ ਪਾਟੇ ਕੱਪੜੇ ਦੀ ਗੱਲ ਕੀ ਕੋਈ ਉੱਤੇ ਮਕਾਨ ਨਹੀਂ ਕਹਿੰਦੇ ਰੱਬ ਨੇ ਕੀ ਦਿੱਤਾ ਉਹਨਾਂ ਨੂੰ ਭਗਤੀ ਦੇ ਬਦਲੇ ਕੀ ਦਿੱਤਾ ਗਰੀਬੀ ਪਿਆਰੀ ਸਾਧ ਸੰਗਤ ਉਹਦਾ ਆਪਣਾ ਸ਼ਰਾਬ ਸੀ ਉਹਦੇ ਆਪਣੀ ਗਲਤੀ ਸੀ ਭੋਗ ਰਿਹਾ ਉਹ ਕਬੀਰ ਸਾਹਿਬ ਜੇ ਕਬੀਰ ਸਾਹਿਬ ਨੂੰ ਗੱਲ ਕੀ ਇੰਨੀ ਖਬਰ ਹੁੰਦੀ ਦੁਨੀਆ ਦੇ ਨਾਲ ਪਿੱਛੇ ਲੱਗ ਜਾਂਦੇ ਤੇ ਅੱਜ ਨੂੰ ਧੰਨ ਕਬੀਰ ਨਾ ਹੁੰਦੀ ਰਵਿਦਾਸ ਨੂੰ ਜੇ ਇਹ ਜੁੱਤੀਆਂ ਗੰਢਣੀਆਂ ਪੈ ਗਈਆਂ ਉਹਨਾਂ ਉਹ ਵੀ ਨਹੀਂ ਕੀਤੀ ਰਵਿਦਾਸ ਜੀ ਨੇ ਜੁੱਤੀਆਂ ਗੰਢ ਕੇ ਗੁਜ਼ਾਰਾ ਕੀਤਾ ਹੈ ਗ੍ਰਸਤੀ ਜੀਵਨ ਦਾ ਪਰ ਉਹਨਾਂ ਕੀ ਕੀਤਾ ਹੈ ਪਰਮਾਤਮਾ ਦੀ ਬੰਦਗੀ ਨਹੀਂ ਛੱਡੀ ਨਾਮਦੇਵ ਨੇ ਕੱਪੜੇ ਧੋਤੇ ਨੇ ਕੱਪੜੇ ਧੋ ਕੇ ਜਾਂ ਠੇਕ ਕੇ ਤੇ ਕੀ ਕੀਤਾ ਉਹਨਾਂ ਨੇ ਗੁਜ਼ਾਰਾ ਕੀਤਾ ਹੈ ਪਰ ਬੰਦਗੀ ਨਹੀਂ ਛੱਡੀ ਧੰਨੇ ਜੱਟ ਨੂੰ ਵਾਹੀ ਕਰਨੀ ਪਈ ਜਦੋਂ ਸਮਝ ਆਈ ਕਿ ਮੈਂ ਗਲਤੀ ਕਰ ਗਿਆ ਰੱਬ ਨੂੰ ਮੈਂ ਕੰਮ ਤੇ ਲਾ ਦਿੱਤਾ ਹੈ ਫਿਰ ਉਹਨੇ ਕੰਮ ਆਪ ਕੀਤਾ ਹੈ ਇਹ ਕੰਮ ਮੇਰਾ ਹੈ ਉਹ ਤੇ ਉਹਨੂੰ ਸੇਵਕ ਨਹੀਂ ਮੈਂ ਸੇਵਕ ਉਹਦਾ ਹੈ ਹੋਸ਼ ਆਈ ਤੇ ਤੋ ਮੇਰਾ ਕਹਿਣਾ ਸੈਣ ਨਾਈ ਨੇ ਹਜਾਮਤਾਂ ਕਰ ਕਰਕੇ ਕੀ ਕੀਤਾ ਲੋਕਾਂ ਦੀਆਂ
ਕੀ ਕੀਤਾ? ਬੰਦਗੀ ਨਹੀਂ ਛੱਡੀ, परमात्मा की बंदगी नहीं छड़ी, सेवा नहीं छड़ी। प्यारी साध संगत, पता है कि संसार जिहड़ा है ये लगता बड़ा चंगा है। जिस तरह फुलवाड़ी है, फुलवाड़ी च फुल तरह तरह के बीजे होंगे ने, तो असीं कहने असीं इत्थे घूमदे रहिए लागे, क्यों? फुलों की खुशबू आउंदी है, फुल खेड़े खेड़े चंगे लगते हैं। इस तरह सानूं साडा बाल बच्चा चंगा लगता है, सानूं अपना घर प्यारा लगता है। गवांढियों के घर गुजर जाए असीं ढाई नहीं मारते, पर अपना गुजर जाए तो असीं कई दिन चुल्हा ही नहीं गर्म करते। प्यारी साध संगत, इत्थे भाणा मनना पैंदा मालक दा, सतगुर के भाणे विच रहना पैंदा है। क्योंकि जे बाहर फुलवाड़ी लाई है उहदे फुल झड़ जाते हैं, तो जिहड़ी घर की फुलवाड़ी है ये भी झड़ने ने किते। तन जोबन फुलां दियां वाड़ियां सदा नहीं खिड़ियां रहनियां। तन जोबन फुलां दियां वाड़ियां सदा नहीं खिड़ियां रहनियां। तन जोबन वाड़ियां सदा नहीं खिड़ियां रहनियां। तन जोबन फुलां दियां वाड़ियां सदा नहीं खिड़ियां रहनियां। तन जोबन फुलां सदा नहीं जे खिड़ियां रहनियां। तन जोबन फुलां दियां वाड़ियां सदा नहीं खिड़ियां रहनियां। सदा प्यारे जी ये सदा नहीं खिड़ियां रहनियां। प्यारे जी ये सदा नहीं खिड़ियां रहनियां। सदा ये तन जोबन फुलां दियां नहीं खिड़ियां रहनियां। फुलां दियां वाड़ियां सदा नहीं खिड़ियां रहनियां। सदा नहीं खिड़ियां। गोपाल दास ने सोचा घोड़ा मिल जाएगा तो मेरी शान हो जाएगी पिंड दे विच। सतगुरु मैनूं घोड़ा दे देणगे, बख्शिश कर देणगे इनाम के तौर उत्ते। ते महाराज जी निठ के बैठे ने, पवन गुरु पानी पिता माता धरत महत दा कलकी पाठ श्लोक का पाठ करके ते गुरु महाराज मत्था टेकिया। जिसने मत्था टेकिया तो मोढे तो पकड़ लिया गुरु हरगोबिंद साहब ने। कहते गोपाल दासा बड़ा सुंदर पाठ करदा तू, ते बड़ा अच्छा पाठ करदा है, सानू मोह लिया तू। ते कहते ये बदले की मंगया तू साडे कोलों? एक घोड़ा। कहते मैं तो आसन खाली करन दिया सी, मैं सोचा इनू गद्दी ते बिठा देना है, इस आसन उत्ते इनू बिठा देना है। तू घोड़ा मंगदा पिया सी। कहते तेरी रीझ पूरी की जाएगी। हुक्म किया भई घोड़ा जोड़ा है काठी पा के उहदे उत्ते चंगी तरह शंगार के घोड़े का जिन्ना समान सारा बनाया सारा उत्ते पा के लियाओ। तो कहते ने गोपाल दास नूं उत्ते चढ़ा के इहनूं घर नूं तोर दिओ। विचार आउंदी है सतगुर दे कोलों की मंगिया। जे कोई राजे के दरबार च जाके मंग भी कर ले, की मंग कर ले, कोई किसी के घर बालन नहीं है तो वह टोकरा फड़ के राजे दरबार चल जाए आके जी सानू एक गोया का गल एक टोकरा चाहिए है, तो उन्होंने कोई गल की बंदा कह कोई सियाणा कह मारे कहते जो रब तेरे अगे बैठा है, छेवीं पातशाही अगे बैठे ने, वो दाते ने देण वाले ने, तो तू मंगया उन्होंने को की
घोड़ा सारा संसार छड़ जाना तो घोड़ा नाल लै जाना। प्यारी साध संगत, असल विच सतगुर दे कोलों जिहड़ी मंगण वाली दात है वो की मंगना चाहिए सी? उन्हें कहना सच्चा पातशाह मेरे ते कृपा करनी, मेरे ते कृपा करनी कदे मेरा मन डोल ना जावे। सतगुर दे चरणों च हाथ जोड़ के अरदास करनी, मन बड़ा बलवान है ते कृपा करनी मेरे ते कदे कि मेरा मन डोल ना जावे। मंगना सी महाराज जी कोलों। आओ सतगुर दे और मनुआ डोल ना जावी, सतगुर दे हाथी डोर मनुआ डोल ना जावी। सतगुर सतगुर दे मनवा डोल ना जावी, सतगुर दे और मनुआ डोल ना जावी, सतगुर दे हाथी डोर मनुआ डोल ना जावी। सतगुर दे और मनवा डोल, सतगुर दे और मनवा डोल ना जावे। डोल ना पूजा सिखावी, डोल ना जावी गुरु जासी गावी। डोल डोल ना जावी हरी जासी गावी, डोल ना जावी हरी जासी गावी। हरी डोल ना जैसे गावी। और मनुआ डोल ना जावी, आस रखी ना मन होर मनुआ डोल ना जावी। आस और डोल और सतगुर दे हाथी डोर मनुआ डोल ना जावी, सतगुर दे हाथी डोर मनुआ डोल ना जावी। सतगुर और डोल डोर कदम कदम ते मन डोलदा है। प्यारी साध संगत, हुण भाई गोपाले दा मन जिहड़ा खुश नहीं है। घोड़ा भी मिल गया, आ गया, खुश नहीं है। जान लगा है बाहर घोड़ा बन के फिर आउंदा है। हुण नेत्रां विच जल है, काहदा पछतावे दा। भई मैं जो कुछ खट्टना सी वो ते लै, वो खट्टी मेरी जिहड़ी वो सतगुर दे कोल ही रह गई। मैनूं तो दुनियावी चीज़ जिहड़ी है मैं मंग लई, मैनूं लैनी पै गई। हुण फिर आके महाराज नूं मत्था टेकदा है। जिसले मत्था टेकिया तो चरनां तो सिर नहीं चुकदा पिया, नैणां विचों नीर वगदा पिया। ते महाराज जी पुचकार रहे ने, कहंदे ने गोपाल दास बड़ा सुंदर पाठ करना है, तैनूं की चाहिदा दस, तू तेनू तकलीफ की है, तेरे मन च की ख्याल आया हुण। ते अगों गोपाल दास जिहड़ा सी वो होर उच्ची पुब मार के रोया है, ते नाले चरनां 'च हत्थ जोड़ के फिर बेनती करदा है। महिमा तेरी कौन जानदा, तू किहड़ियां रंगां दे विच राजी,
ਮਹਿਮਾ ਤੇਰੀ ਕੌਣ ਜਾਣਦਾ ਰੰਗਾਂ ਦੇ ਵਿੱਚ ਤੂੰ ਕਿਹੜਿਆਂ ਰੰਗਾਂ ਦੇ ਮਹਿਮਾ ਤੇਰੀ ਕੌਣ ਜਾਣਦਾ ਤੂੰ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ ਮਹਿਮਾ ਤੇਰੀ ਕੌਣ ਜਾਣਦਾ ਰੰਗਾਂ ਦੇ ਵਿੱਚ ਰਾਜੀ ਮਹਿਮਾ ਤੇਰੀ ਕੌਣ ਜਾਣਦਾ ਰੰਗਾਂ ਦੇ ਮਹਿਮਾ ਜਾਣਦਾ ਰਾਜੀ ਮੈਂ ਜਾਣਦਾ ਰੰਗਾਂ ਦੇ ਵਿੱਚ ਰਾਜੀ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ ਮਹਿਮਾ ਤੇਰੀ ਕੌਣ ਜਾਣਦਾ ਕਿਹੜੇ ਰਾਜੀ ਮਹਿਮਾ ਰੰਗਾਂ ਦੇ ਮਹਿਮਾ ਜਾਣਦਾ ਰਾਜੀ ਮੈਂ ਜਾਣਦਾ ਰਾਜੀ ਤੋ ਪਿਆਰੀ ਸਾਧ ਸੰਗਤ ਗੱਲ ਮਨ ਦੀ ਚੱਲੀ ਸੀ ਮਨ ਕੇ ਹਾਰੇ ਹਾਰ ਹੈ ਮਨ ਕੇ ਜੀਤੇ ਜੀਤ ਮਨ ਜੀਤਨ ਤੇ ਪਾਈਏ ਪਰਮਾਨੰਦ ਜਗਦੀਸ਼ ਪਰਮਾਤਮਾ ਗੁਰੂ ਇਸ ਕਰਕੇ ਪਿਆਰੀ ਸਾਧ ਸੰਗਤ ਮਨ ਨੂੰ ਦ੍ਰਿੜ ਕਰਕੇ ਸਿਮਰਨ ਦੇ ਵਿੱਚ ਦ੍ਰਿੜ ਕਰਕੇ ਤੇ ਫਿਰ ਬੈਠੋ ਮਨ ਬਾਹਰ ਜਾਣ ਲੱਗੇ ਤੇ ਕੀ ਕਹਿਣਾ ਚਾਹੀਦਾ ਹੈ ਗੁਰੂ ਸਦਾ ਹੀ ਵੇਖ ਰਿਹਾ ਤੇਰੀਆਂ ਚਾਲਾਂ ਸਤਿਗੁਰ ਦੇ